ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਸਟੱਡੀ ਬਜ਼ਰ ਤੇ। ਸੋ ਅੱਜ ਜਿਹੜੀ ਆਪਣੀ ਚਰਚਾ ਦਾ ਵਿਸ਼ਾ ਰਹਿਣ ਵਾਲਾ ਹੈ ਜੀ, ਆਪਾਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਪੜ੍ਹਨ ਜਾ ਰਹੇ ਹਾਂ। ਇਹ ਸੈਸ਼ਨ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਰਹਿਣ ਵਾਲਾ ਹੈ, ਭਾਵੇਂ ਤੁਸੀਂ ਈਰੀਟੀ ਕੈਡਰ 5994 ਦੀ ਤਿਆਰੀ ਕਰ ਰਹੇ ਹੋ ਤੇ ਭਾਵੇਂ ਤੁਸੀਂ ਮਾਸਟਰ ਕੈਡਰ SST ਦੀ ਤਿਆਰੀ ਕਰ ਰਹੇ ਹੋ। ਵੀਡੀਓ ਨੂੰ ਅੰਤ ਤੱਕ ਦੇਖਣਾ। ਬਹੁਤ ਸਾਰੇ ਕੁਐਸਚਨਸ ਤੁਹਾਡੇ ਜਿਹੜੇ ਦੂਰ ਕੀਤੇ ਜਾਣਗੇ। ਇਸ ਤੋਂ ਇਲਾਵਾ ਆਪਾਂ MCQ ਸੈਸ਼ਨ ਵੀ ਇਸੇ ਦਾ ਲੈ ਕੇ ਆਵਾਂਗੇ, ਜਿਹੜਾ ਕਿ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਰਹੇਗਾ। ਸੋ ਵੀਡੀਓ ਨੂੰ ਅੰਤ ਤੱਕ ਦੇਖਣਾ। ਜੋ ਡਾਊਟਸ ਨੇ, ਜੋ ਤੁਹਾਡੇ ਜਿਹੜੀ ਕੁਐਰੀਜ਼ ਨੇ, ਕਮੈਂਟ ਸੈਕਸ਼ਨ ਤੁਹਾਡੇ ਲਈ ਖੁੱਲ੍ਹਾ ਹੈ ਜੀ। ਤੁਸੀਂ ਵਿਦਆਊਟ ਐਨੀ ਹੈਜ਼ੀਟੇਸ਼ਨ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ। ਸੋ ਵਿਦਆਊਟ ਵੇਸਟਿੰਗ ਟਾਈਮ, ਆਪਣਾ ਜਿਹੜਾ ਅੱਜ ਦਾ ਸੈਸ਼ਨ ਹੈ ਫॉर ਮਾਸਟਰ ਕੈਡਰ SST ਐਂਡ ਈਰੀਟੀ ਕੈਡਰ 5994, ਆਪਾਂ ਉਹਦੇ ਲਈ ਆਪਾਂ ਚਰਚਾ ਸ਼ੁਰੂ ਕਰਦੇ ਹਾਂ ਜੀ। ਸੋ ਮੈਂ ਇੱਕ ਵਾਰ ਗੁਜ਼ਾਰਿਸ਼ ਕਰਾਂਗਾ ਕਿ ਜੇਕਰ ਲੱਗਦਾ ਤੁਹਾਨੂੰ ਇਹ ਸੈਸ਼ਨ ਤੁਹਾਡੇ ਲਈ ਹੈਲਪਫੁਲ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ, ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਚੱਲ ਕੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਜਿਹੜੀ ਤੁਹਾਡੀ ਵੈਲਿਊਏਬਲ ਫੀਡਬੈਕ ਹੈ ਉਹ ਸਾਨੂੰ ਕੁਝ ਨਵਾਂ ਕਰਨ ਦੇ ਲਈ ਐਪਰੀਸ਼ੀਏਟ ਕਰਦੀ ਹੈ। ਸੋ ਤੁਹਾਡੇ ਜਿਹੜੇ ਕੀਮਤੀ ਵਿਚਾਰ ਹੈ ਜਿਹੜੇ ਉਹ ਤੁਸੀਂ ਜ਼ਰੂਰ ਸਾਂਝੇ ਕਰੋਗੇ ਜੀ। ਸੋ ਅੱਜ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਫਸਟ ਆਫ ਆਲ ਇਹਨਾਂ ਦੀਆਂ ਉਦਾਸੀਆਂ ਬਾਰੇ ਚਰਚਾ ਕਰਦੇ ਹਾਂ। ਇਹਦਾ ਅਰਥ ਕੀ ਹੈ ਜੀ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਅਰਾਊਂਡ ਦਾ ਵਰਲਡ ਸਪਰੈਡਿੰਗ ਦਾ ਟਰੁੱਥ, ਇਸ ਨੂੰ ਕਿਹਾ ਜਾਂਦਾ ਜੀ, ਜੋ ਸੱਚ ਨੂੰ ਵਿਸ਼ਵ ਵਿੱਚ ਫੈਲਾਉਣ ਦੇ ਲਈ ਜਿਹੜੀਆਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਕੀਤੀਆਂ ਸੀ ਉਸ ਨੂੰ ਅਸੀਂ ਉਦਾਸੀਆਂ ਦੇ ਨਾਮ ਨਾਲ ਜਾਣਦੇ ਹਾਂ। ਆਮ ਤੌਰ ਤੇ ਇਹ ਉਦਾਸੀਆਂ 3, 4 ਤੇ 5 ਸਾਨੂੰ ਦੇਖਣ ਨੂੰ ਮਿਲਦੀਆਂ, ਪਰ ਜਿਹੜੇ ਜ਼ਿਆਦਾਤਰ ਇਤਿਹਾਸਕਾਰ ਜਿਨ੍ਹਾਂ ਦੇ ਵਿਚਾਰਾਂ ਨੂੰ ਸਹੀ ਮੰਨਿਆ ਜਾਂਦਾ ਉਹ 4 ਉਦਾਸੀਆਂ ਦਾ ਜਿਹੜਾ ਵਿਆਖਿਆਨ ਕਰਦੇ ਆ। ਸੋ ਆਪਾਂ ਇਹਨਾਂ ਚਾਰੇ ਉਦਾਸੀਆਂ ਬਾਰੇ ਚਰਚਾ ਕਰਦੇ ਹਾਂ ਜੀ। ਪਹਿਲੀ ਉਦਾਸੀ ਸੀ ਜਿਹੜੀ ਈਸਟਰਨ ਸਾਈਡ ਵੱਲ ਸੀ, ਈਸਟ ਸਾਈਡ ਵੱਲ ਸੀ। ਦੂਜੀ ਉਦਾਸੀ ਹੈ ਜਿਹੜੀ ਉਹ ਸਦਰਨ ਪਾਰਟ ਵੱਲ ਸੀ, ਸਦਰਨ ਵੱਲ ਸੀ, ਯਾਨੀ ਤਾਮਿਲਨਾਡੂ, ਕੇਰਲਾ ਇਸ ਸਾਈਡ ਵੱਲ ਸੀ। ਐਂਡ ਜਿਹੜੀ ਤੀਸਰੀ ਉਦਾਸੀ ਸੀਗੀ ਉਹ ਨਾਰਥਨ ਸਾਈਡ ਵੱਲ ਸੀ, ਉੱਤਰ ਦਿਸ਼ਾ ਵੱਲ ਸੀ, ਉੱਤਰ ਦਿਸ਼ਾ ਵੱਲ ਸੀ। ਤੇ ਚੌਥੀ ਜਿਹੜੀ ਉਦਾਸੀ ਹੈ ਉਹ ਨਾਰਥ ਵੈਸਟ ਡਾਇਰੈਕਸ਼ਨ ਵੱਲ ਸੀ। ਆ ਸਮਾਂ ਨਾਲ ਨਾਲ ਦਿੱਤਾ ਹੋਇਆ, ਪਹਿਲੀ ਉਦਾਸੀ ਸਭ ਤੋਂ ਲੰਬੀ ਹੈ, ਦੂਜੀ ਉਦਾਸੀ ਤੇ ਤੀਸਰੀ ਉਦਾਸੀ ਤੇ ਚੌਥੀ ਉਦਾਸੀ ਦਾ ਸਮਾਂ ਦਿੱਤਾ ਗਿਆ। ਮੈਂ ਫਿਰ ਕਹਿ ਰਿਹਾ ਜੀ, ਨਾ ਤਾਂ ਅੱਜ ਤੱਕ ਕਦੇ ਸਮੇਂ ਤੋਂ ਕੁਐਸਚਨ ਆਇਆ ਤੇ ਨਾ ਹੀ ਅੱਜ ਤਾਈਂ ਕਦੇ ਇਹ ਕੁਐਸਚਨ ਆਇਆ ਕਿ ਕਿੰਨੀਆਂ ਉਦਾਸੀਆਂ ਸੀ, 3, 4 ਔਰ 5। ਸੋ ਇਸ ਤੋਂ ਤੁਸੀਂ ਥੋੜਾ ਪਰਹੇਜ਼ ਕਰੋਗੇ ਵੀ ਇਹ ਇੰਪੋਰਟੈਂਟ ਨਹੀਂ ਹੈ। ਜੋ ਚੀਜ਼ ਇੰਪੋਰਟੈਂਟ ਹੋਈ ਤੁਹਾਨੂੰ ਨਾਲ ਦੀ ਨਾਲ ਟਿਕ ਕਰਵਾ ਦਿੱਤਾ ਜਾਊਗਾ ਜੀ। ਸੋ ਆਪਾਂ ਪਹਿਲੀ ਉਦਾਸੀ ਬਾਰੇ ਚਰਚਾ ਕਰਨਾ ਚਾਹਾਂਗੇ। ਪਹਿਲੀ ਉਦਾਸੀ ਦੇਖੋ, ਪਹਿਲੀ ਉਦਾਸੀ ਸੀ ਜਿਹੜੀ ਉਹ ਈਸਟਰਨ ਸਾਈਡ ਵੱਲ ਸੀ। ਪੁੱਛਿਆ ਜਾ ਸਕਦਾ ਹੈ ਪਹਿਲੀ ਉਦਾਸੀ ਕਿਹੜੀ ਦਿਸ਼ਾ ਵੱਲ ਹੋਈ ਹੈ, ਤਾਂ ਪੂਰਬ ਦਿਸ਼ਾ ਵੱਲ ਹੋਈ ਹੈ ਜੀ। ਸਮਾਂ ਕਦੇ ਵੀ ਨਹੀਂ ਪੁੱਛਿਆ ਜਾਂਦਾ, ਇਹ ਵੀ ਧਿਆਨ ਚ ਰੱਖੋਗੇ ਤੁਸੀਂ। ਵੈਸੇ 1499 ਜਦੋਂ ਐਨਲਾਈਟਮੈਂਟ ਹੁੰਦੀ ਹੈ, ਜਦੋਂ ਉਹਨਾਂ ਨੂੰ ਗਿਆਨ ਪ੍ਰਾਪਤੀ ਹੋਈ ਸੀ, ਮੈਂ ਲਾਸਟ ਸੈਸ਼ਨ ਚ ਦੱਸਿਆ ਸੀਗਾ, ਸੁਲਤਾਨਪੁਰ ਸੀਗਾ ਜਿਹੜਾ, ਜਿੱਥੇ ਅੱਜ ਗੁਰਦੁਆਰਾ ਸੰਤ ਘਾਟ ਸਾਹਿਬ ਬਣਿਆ ਹੋਇਆ ਹੈ, ਉਹ ਇਹਨਾਂ ਦਾ ਗਿਆਨ ਪ੍ਰਾਪਤੀ ਦਾ ਸਥਾਨ ਹੈ, ਕਾਲੀ ਬੇਈ ਰਿਵਰ ਦੇ ਬੈਂਕ ਦੇ ਉੱਪਰ ਬਣਿਆ ਹੋਇਆ ਹੈ। ਸੋ ਪਹਿਲੀ ਉਦਾਸੀ ਇੱਥੋਂ ਸਟਾਰਟ ਹੁੰਦੀ ਹੈ, ਉਹ ਸੀਗੀ ਸੈਦਪੁਰ ਤੋਂ। ਸੈਦਪੁਰ ਪਹਿਲੀ ਪਲੇਸ ਜਿੱਥੇ ਉਹ ਗਏ। ਇਸ ਦਾ ਜਿਹੜਾ ਮਾਡਰਨ ਨੇਮ ਹੈ, ਉਹ ਤੁਸੀਂ ਦੇਖੋਗੇ ਐਮਨਾਬਾਦ ਹੈ। ਕੁਐਸਚਨ ਪੁੱਛਿਆ ਜਾ ਸਕਦਾ ਹੈ ਜਿਹੜਾ ਐਮਨਾਬਾਦ ਹੈ ਉਸਦਾ 올ਡ ਨੇਮ ਕੀ ਸੀ, ਜਾਂ ਸੈਦਪੁਰ ਹੈ ਜਿਹੜਾ, ਇਸ ਦਾ ਮਾਡਰਨ ਨੇਮ ਦੱਸੋ। ਐਮਨਾਬਾਦ ਅੱਜ ਕੱਲ੍ਹ ਪਾਕਿਸਤਾਨ ਚ ਰਹਿ ਜਾਂਦਾ ਹੈ। ਇੱਥੇ 3 ਗੁਰਦੁਆਰਾ ਸਾਹਿਬ ਬੜੇ ਮਸ਼ਹੂਰ ਹੈਗੇ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਚੱਕੀ ਸਾਹਿਬ, ਗੁਰਦੁਆਰਾ ਖੂਹੀ ਭਾਈ ਲਾਲੋ। ਇਹ ਤਿੰਨੋਂ ਗੁਰਦੁਆਰਾ ਸਾਹਿਬ ਬਹੁਤ ਹੀ ਇੰਪੋਰਟੈਂਟ ਹੈ, ਜਿਹੜੇ ਉਹ ਇੱਥੋਂ ਮਾਰਕ ਕਰਕੇ ਚੱਲੋਗੇ ਤੁਸੀਂ। ਮੈਂ ਇੱਥੇ ਫਿਰ ਕਲੀਅਰ ਕਰ ਦੇਣਾ ਚਾਹੂੰਗਾ ਕਿ ਮੈਂ ਥੋੜਾ ਇਤਿਹਾਸ ਇਹਨਾਂ ਤੋਂ ਚਾਨਣਾ ਪਾਉਣਾ ਚਾਹੂੰਗਾ। ਗੁਰਦੁਆਰਾ ਰੋੜੀ ਸਾਹਿਬ ਚਰਚਾ ਕਰਦੇ ਹਾਂ। ਗੁਰਦੁਆਰਾ ਰੋੜੀ ਸਾਹਿਬ ਪਹਿਲੀ ਪਲੇਸ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ ਸੀ। ਦੇਖੋ ਗੁਰਦੁਆਰਾ ਸਾਹਿਬ ਦੀ ਜਿਹੜੀ ਖੂਬਸੂਰਤੀ ਹੈ ਉਹ ਖੁਦ ਬ ਖੁਦ ਇੱਕ ਪਿਕਚਰ ਵੀ ਬਿਆਨ ਕਰ ਰਹੀ ਹੈ। ਤੇ ਇਸ ਗੁਰਦੁਆਰਾ ਸਾਹਿਬ ਬਾਰੇ ਇਹ ਗੱਲ ਹੈ ਕਿ ਜਦੋਂ ਸੈਦਪੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਆਏ ਸੀਗੇ, ਤਾਂ ਉਹਨਾਂ ਨੂੰ ਕੰਮ ਹੋ ਗਿਆ ਸੀਗਾ ਵਾਪਸ ਉਹ ਤਲਵੰਡੀ ਸਾਬੋ, ਕਿਉਂਕਿ ਇੱਕੋ ਪਿੰਡ ਤੋਂ ਸੀ, ਤੁਹਾਨੂੰ ਪਤਾ ਹੋਣਾ। ਭਾਈ ਮਰਦਾਨਾ ਜੀ ਵਾਪਸ ਚਲੇ ਜਾਂਦੇ ਹੈ ਤੇ ਗੁਰਦੁਆਰਾ ਜਿਹੜਾ ਐਮਨਾਬਾਦ ਸੀ, ਜਿਹਦਾ ਸੈਦਪੁਰ ਪੁਰਾਣਾ ਨਾਮ ਹੈ, ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਟੇ ਕੀਤਾ ਸੀਗਾ, ਇੱਥੇ ਰੁਕੇ ਸੀਗੇ। ਜਿੰਨੇ ਦਿਨ ਵੀ ਰੁਕੇ, ਇੱਕ ਬਾਹਰ ਪਿੰਡ ਤੋਂ ਬਾਹਰ ਕੁਝ ਰੋੜੀਆਂ ਪਈਆਂ ਸੀਗੀਆਂ, ਪੱਥਰੀਲਾ ਜਗ੍ਹਾ ਕਹਿ ਸਕਦੇ ਹੋ।
ਉੱਥੇ ਬੈਠ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹੜਾ ਹੈ ਭਗਤੀ ਸਿਮਰਨ ਮੈਡੀਟੇਸ਼ਨ ਕਰਿਆ ਕਰਦੇ ਸੀਗੇ। ਸੋ ਇੱਥੋਂ ਜਿਹੜੀ ਜਗ੍ਹਾ ਦੇਖਣ ਨੂੰ ਮਿਲਦੀ ਹੈ, ਉੱਥੇ ਅੱਜ ਗੁਰਦੁਆਰਾ ਸਾਹਿਬ ਰੂੜੀ ਸਾਹਿਬ ਹੈ। ਦੇਖੋ ਕਿੱਡਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਸੋਹਣੀ ਬਿਲਡਿੰਗ ਕਹਿ ਸਕਦੇ ਹੋ, ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ, ਧਾਰਮਿਕ ਸਥਾਨ ਹੈ। ਸੋ ਅੱਗੇ ਆਪਾਂ ਮੂਵ ਕਰਦੇ ਹਾਂ ਜੀ, ਗੱਲ ਕਰ ਲੈਂਦੇ ਹਾਂ ਗੁਰਦੁਆਰਾ ਚੱਕੀ ਸਾਹਿਬ ਦੀ। ਇਹ ਵੀ ਐਮਨਾਬਾਦ 'ਚ ਹੀ ਰਹਿ ਜਾਂਦਾ ਜੀ, ਤੁਸੀਂ ਦੇਖ ਸਕਦੇ ਹੋ। ਇੱਕ ਘਰ ਦੇ ਵਾਂਗੂ ਹੈ। ਤੁਸੀਂ ਪਿਕਚਰ 'ਚ ਵੀ ਦੇਖ ਪਾ ਰਹੇ ਹੋ, ਮੈਂ ਨਾਲ ਨਾਲ ਪਿਕਚਰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਚੱਕੀ ਤੋਂ ਬਾਅਦ ਮਾਈਲਸਟੋਨ ਹੁੰਦਾ ਜੀ, ਪਹਿਲੀ ਗੱਲ ਇਹ ਕਲੀਅਰ ਕਰ ਦਿੰਦਾ। ਮੰਨ ਲਓ ਆਟਾ ਪੀਣ ਦੇ ਲਈ ਜਿਹੜਾ ਵਰਤਿਆ ਜਾਂਦਾ ਹੁੰਦਾ ਸੀ, ਉਸ ਦੀ ਮੈਂ ਗੱਲ ਕਰ ਰਿਹਾ। ਤੁਹਾਨੂੰ ਯਾਦ ਹੋਏਗਾ ਜਾਂ ਤੁਸੀਂ ਪੜ੍ਹਿਆ ਹੋਏਗਾ 1521 ਚ ਜਿਹੜਾ ਹੈ ਬਾਬਰ ਦਾ ਤੀਸਰਾ ਹਮਲਾ ਆਇਆ ਸੀ। ਉਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੈਦਪੁਰ ਦੇ ਹਮਲੇ 'ਚ ਅਰੈਸਟ ਕਰ ਲਿਆ ਗਿਆ ਸੀਗਾ। ਉਹ ਆਪਣੀ ਚੌਥੀ ਉਦਾਸੀ ਦੌਰਾਨ ਇੱਥੇ ਆਏ ਸੀਗੇ। ਉਸ ਸਮੇਂ ਦੇ ਦੌਰਾਨ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਆਪਣੇ ਇੱਕ ਇਸ਼ਾਰੇ ਨਾਲ ਚੱਕੀਆਂ ਚਲਾਈਆਂ ਸੀਗੀਆਂ। ਠੀਕ ਹੈ, ਉਹਨਾਂ ਨੂੰ ਇੱਕ ਕਹਿੰਦੇ ਜਦੋਂ ਕੈਦੀ ਨੂੰ ਆਪਾਂ ਸਜ਼ਾ ਦਿੰਦੇ ਆ, ਉਹਨਾਂ ਨੂੰ ਕੰਮ ਦਿੱਤਾ ਗਿਆ ਸੀ, ਬਟ ਉਹਨਾਂ ਦੇ ਇਸ਼ਾਰੇ ਨਾਲ ਜਿਹੜੀ ਚੱਕੀਆਂ ਚੱਲੀ ਸੀ, ਉੱਥੇ ਅੱਜ ਗੁਰਦੁਆਰਾ ਚੱਕੀ ਸਾਹਿਬ ਹੈ। ਉਹ ਜੇਲ੍ਹ ਨੂੰ ਤੁਸੀਂ ਕਹਿ ਸਕਦੇ ਹੋ, ਠੀਕ ਹੈ, ਜਿੱਥੇ ਕੈਦ ਕੀਤਾ ਗਿਆ ਸੀਗਾ। ਗੁਰਦੁਆਰਾ ਖੂਹੀ ਭਾਈ ਲਾਲੋ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਕਹੂੰਗਾ ਮੈਂ ਇਸ ਨੂੰ। ਤੁਸੀਂ ਮਲਿਕ ਭਾਗੋ ਦਾ ਕਿੱਸਾ ਜ਼ਰੂਰ ਸੁਣਿਆ ਹੋਊਗਾ। ਮਲਿਕ ਭਾਗੋ ਨਾਂ ਦਾ ਕਿੱਸਾ ਜ਼ਰੂਰ ਸੁਣਿਆ ਹੋਊਗਾ। ਮਲਿਕ ਭਾਗੋ ਇੱਕ ਹੰਕਾਰੀ ਬੰਦਾ ਸੀਗਾ, ਜਿਹਦੇ ਘਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਖਾਣਾ ਖਾਣ ਤੋਂ ਜਿਹੜਾ ਹੈ ਮਨਾ ਕਰਤਾ ਸੀਗਾ। ਤੇ ਦੈਟ ਟਾਈਮ ਭਾਈ ਲਾਲੋ ਜਿਹੜੇ ਸੀਗੇ, ਭਾਈ ਲਾਲੋ ਜੀ, ਉਹਨਾਂ ਦੇ ਘਰੇ ਬੈਠ ਕੇ ਉਹਨਾਂ ਨੇ ਖਾਣਾ ਛਕਿਆ ਸੀਗਾ। ਉਹ ਜਗ੍ਹਾ ਹੈ ਜਿਹੜੀ ਗੁਰਦੁਆਰਾ ਖੂਹੀ ਭਾਈ ਲਾਲੋ, ਖੂਹੀ ਤੋਂ ਭਾਵ ਨਹਿਰੋ ਵਾਲ ਤੋਂ ਹੈ। ਇੱਥੇ ਜਿਹੜਾ ਮਿੱਠਾ ਪਾਣੀ ਕੁਝ ਇਸ ਤਰ੍ਹਾਂ ਦਾ ਇਤਿਹਾਸਕਾਰ ਦੱਸਦੇ ਹੈ। ਸੋ ਆਪਾਂ ਚਰਚਾ ਕਰਾਂਗੇ ਜੀ ਖੂਹੀ ਭਾਈ ਲਾਲੋ। ਉਹ ਜਿਹੜਾ ਭਾਈ ਲਾਲੋ ਜੀ ਦਾ ਕਿੱਸਾ ਸੀਗਾ, ਉਹ ਵੀ ਇਸ ਨਗਰ ਨਾਲ ਜੁੜਿਆ ਹੋਇਆ ਹੈ। ਯਾਨੀ ਐਮਨਾਬਾਦ ਇੱਕ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ, ਇਤਿਹਾਸਿਕ ਸਥਾਨ ਕਹੂੰਗਾ ਮੈਂ ਇਸ ਨੂੰ, ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ। ਸੋ ਨੈਕਸਟ ਪਲੇਸ ਯਾਦ ਕਰਨ ਦਾ ਤਰੀਕਾ ਦੱਸ ਦਿੰਦਾ ਵੀ ਪਾਕਿਸਤਾਨ 'ਚ ਦੋ ਜਗ੍ਹਾ ਹੋਈਆਂ। ਪਾਕਿਸਤਾਨ 'ਚ ਦੋ ਜਗ੍ਹਾ ਹੋਈਆਂ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ ਹੈ। ਪਾਕਿਸਤਾਨ ਤੋਂ ਸ਼ੁਰੂਆਤ ਹੁੰਦੀ ਹੈ, ਪਹਿਲਾ ਸੈਦਪੁਰ ਸੀ, ਫਿਰ ਦੂਜਾ ਤਾਲੁੰਬਾ ਹੈ। ਪਾਕਿਸਤਾਨ 'ਚ ਦੋ ਜਗ੍ਹਾ ਨੇ, ST, ਠੀਕ ਹੈ, ST, ਸੈਦਪੁਰ, ਤਾਲੁੰਬਾ। ਤਾਲੁੰਬਾ ਪਾਕਿਸਤਾਨ 'ਚ ਹੈ। ਇੱਥੇ ਗੁਰਦੁਆਰਾ ਮਖਦੂਮਪੁਰ ਬਣਿਆ ਹੋਇਆ ਹੈ। ਆਹ ਤੁਸੀਂ ਦੇਖ ਸਕਦੇ ਹੋ, ਗੁਰਦੁਆਰਾ ਸਾਹਿਬ ਦੀ ਪਿਕ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਹੈ। ਇਸ ਨੂੰ ਗੁਰਦੁਆਰਾ ਵੀ ਹੈ ਤੇ ਇੱਕ ਤੁਸੀਂ ਦੇਖ ਪਾ ਰਹੇ ਗਵਰਨਮੈਂਟ ਹਾਈ ਸੀਨੀਅਰ ਸੈਕੰਡਰੀ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਵੀ ਹੈ, ਮਖਦੂਮਪੁਰ ਹੈ। ਅਸਲ 'ਚ ਤਾਲੁੰਬਾ ਦੇ ਲਾਗੇ ਇੱਕ ਨਗਰ ਹੈ ਮਖਦੂਮਪੁਰ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ ਸੀਗੇ। ਇੱਥੇ ਮੁਲਾਕਾਤ ਹੋਈ ਸੀ ਸੱਜਣ ਠੱਗ ਦੇ ਨਾਲ। ਅੱਛਾ, ਐਗਜ਼ਾਮ ਦੇ ਵਿੱਚ ਤੁਹਾਨੂੰ ਤਾਲੁੰਬਾ ਹੀ ਹੋਊਗਾ, ਬਹੁਤ ਹੀ ਰੇਅਰ ਚਾਂਸ ਹੈ ਕਿ ਤੁਹਾਨੂੰ ਮਖਦੂਮਪੁਰ ਤੋਂ ਕੁਐਸਚਨ ਆਵੇ। ਠੀਕ ਹੈ, ਵੈਸੇ ਕਿੱਸਾ ਮਖਦੂਮਪੁਰ ਦਾ ਸੀ, ਲਾਗੇ ਪਿੰਡ ਹੈ। ਠੀਕ ਹੈ, ਇੱਥੇ ਸੱਜਣ ਠੱਗ ਨਾਲ ਮੁਲਾਕਾਤ ਹੋਈ ਸੀ, ਜਿਹੜਾ ਚਿੱਟੇ ਕੱਪੜੇ ਪਹਿਨ ਕੇ ਰੱਖਦਾ ਹੁੰਦਾ ਸੀਗਾ। ਤੇ ਸਰਾਂ ਵਾਲਾ ਕਿੱਸਾ ਜ਼ਰੂਰ ਸੁਣਿਆ ਹੋਊਗਾ। ਸਰਾਂ ਇੰਗਲਿਸ਼ ਦੇ ਵਿੱਚ ਇਸ ਨੂੰ ਇਨ ਕਹਿ ਦਿੰਦੇ ਆ। ਠੀਕ ਹੈ, ਇਨ, ਠੀਕ ਹੈ, ਸਰਾਂ। ਇੱਥੇ ਗੁਰੂ ਨਾਨਕ ਦੇਵ ਜੀ ਨੇ ਸਟੇ ਕੀਤਾ ਸੀਗਾ। ਤੇ ਰਾਤ ਨੂੰ ਤੁਹਾਨੂੰ ਪਤਾ ਹੈ ਵੀ ਉਹ ਸੱਜਣ ਠੱਗ ਨੇ ਜਿਹੜਾ ਹੈ ਆਪਣੀ ਕਾਰਵਾਈ ਪਾਉਣੀ ਹੁੰਦੀ ਸੀ, ਬੇਹੋਸ਼ੀ ਦੀ ਦਵਾ ਦੇ ਕੇ ਫਿਰ ਸਾਰਾ ਕੁਝ ਲੁੱਟ ਪੱਟ ਲੈਂਦਾ ਹੁੰਦਾ ਸੀਗਾ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਸ ਨੂੰ ਗਿਆਨ ਦੇ ਕੇ ਉਹ ਇੱਥੇ ਪਹਿਲੀ ਧਰਮਸ਼ਾਲਾ ਜਿਹੜੀ ਗੁਰਦੁਆਰਾ ਨੂੰ ਪਹਿਲਾ ਰੂਪ ਤੇ ਕਹਿ ਸਕਦੇ ਹੋ ਧਰਮਸ਼ਾਲਾ, ਪਹਿਲੀ ਧਰਮਸ਼ਾਲਾ ਕਿੱਥੇ ਸਥਾਪਿਤ ਹੋਈ ਸੀਗੀ? ਉਹ ਤਾਲੁੰਬਾ 'ਚ ਹੋਈ ਸੀਗੀ ਜੀ, ਪਾਕਿਸਤਾਨ 'ਚ ਹੋਈ ਸੀ ਜੀ। ਵਾਰ-ਵਾਰ ਇਸ ਨੂੰ ਮੈਂ ਹਾਈਲਾਈਟ ਕਰਕੇ ਕਹਿ ਰਿਹਾ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ ਲਈ। ਜੇ ਇਸ ਨੂੰ ਯਾਦ ਰੱਖੋਗੇ ਕੁਐਸਚਨ ਬਣ ਸਕਦਾ ਹੈ। ਦੋ ਕੁਐਸਚਨ ਬਣਦੇ ਹੁੰਦੇ ਆ ਜੀ। ਸੱਜਣ ਠੱਗ ਨਾਲ ਮੁਲਾਕਾਤ ਕਿੱਥੇ ਹੋਈ ਸੀਗੀ ਜੀ? ਉਹ ਤਾਲੁੰਬਾ 'ਚ ਹੋਈ ਸੀਗੀ। ਠੀਕ ਹੈ, ਪੁੱਛਿਆ ਜਾ ਸਕਦਾ ਹੈ ਪਹਿਲੀ ਧਰਮਸ਼ਾਲਾ ਕਿੱਥੇ ਸਥਾਪਿਤ ਹੋਈ ਸੀਗੀ? ਤਾਂ ਉਹ ਜਿਹੜਾ ਹੈ ਐਸੇ ਜਗ੍ਹਾ ਤੇ ਸਥਾਪਿਤ ਹੋਈ ਸੀ ਜੀ। ਦੇਖੋ ਪਾਕਿਸਤਾਨ 'ਚ ਦੋ ਜਗ੍ਹਾ ਵੱਲ ਹੋ ਚੁੱਕੇ ਆਪਾਂ, ਇੱਕ ਸੈਦਪੁਰ ਤੇ ਦੂਜਾ ਤਾਲੁੰਬਾ। ਹੁਣ ਪਾਕਿਸਤਾਨ ਤੋਂ ਬਾਅਦ ਐਂਟਰੀ ਹਰਿਆਣਾ ਕਾਊਂਟ ਕੀਤੀ ਜਾਂਦੀ ਹੈ, ਹਰਿਆਣਾ। ਠੀਕ ਹੈ, ਵਿਚਾਲੇ ਛੋਟੇ ਛੋਟੇ ਨਗਰ ਆਏ ਹੋਣਗੇ, ਪਰੰਤੂ ਜਿੱਥੇ ਕੁਝ ਇਤਿਹਾਸਿਕ ਕੜੀ ਜੁੜੀ ਹੋਈ ਹੈ ਆਪਾਂ ਸਿਰਫ ਔਰ ਸਿਰਫ ਉੱਥੋਂ ਗੱਲ ਕਰਾਂਗੇ ਜਿੱਥੋਂ ਕੁਐਸਚਨ ਬਣ ਸਕਦਾ ਹੈ ਜੀ। ਠੀਕ ਹੈ, ਸੋ ਕੁਰੂਕਸ਼ੇਤਰਾ ਤੇ ਪਾਣੀਪਤ ਦੋ ਜਗ੍ਹਾ ਨੇ ਜੀ ਜਿੱਥੇ ਪਾਕਿਸਤਾਨ ਜਿਹੜਾ ਹਰਿਆਣਾ 'ਚ ਐਂਟਰੀ ਹੁੰਦੀ ਹੈ। ਤੁਸੀਂ ਧਿਆਨ 'ਚ ਦੇਖੋਗੇ ਕੁਰੂਕਸ਼ੇਤਰਾ ਦਾ ਕਿੱਸਾ ਕਿਹੜਾ ਹੈ ਜੀ? ਕੁਰੂਕਸ਼ੇਤਰਾ ਪਹਿਲੀ ਗੱਲ ਤਾਂ ਇੱਕ ਯੁੱਧ ਭੂਮੀ ਹੈ, ਯੁੱਧ ਭੂਮੀ ਹੈ ਜੀ ਇਹ। ਠੀਕ ਹੈ, ਯੁੱਧ ਭੂਮੀ ਹੈ। ਇਹਦੇ ਬਾਰੇ ਵੀ ਤੁਸੀਂ ਜਾਣੀ ਰਹੋਗੇ। ਇੱਥੇ 18 ਦਿਨਾਂ ਦਾ ਜਿਹੜਾ ਸੱਚ ਦੇ ਲਈ ਯੁੱਧ ਹੋਇਆ ਸੀਗਾ ਕੌਰਵਾਂ ਤੇ ਪਾਂਡਵਾਂ ਦੇ ਵਿਚਕਾਰ। ਠੀਕ ਹੈ, ਆਪਾਂ ਗੱਲ ਕਰ ਲੈਂਦੇ ਆ ਜੀ
ਇੱਥੇ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਸੂਰਜ ਗ੍ਰਹਿਣ ਦੇ ਸਮੇਂ ਆਏ ਸੀ, ਮਤਲਬ ਇੱਥੇ ਸੂਰਜ ਗ੍ਰਹਿਣ ਲੱਗਿਆ ਹੋਇਆ ਸੀਗਾ। ਇੱਕ ਨੈਚੁਰਲ ਫਿਨੋਮੀਨਾ ਹੈ, ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਵੀ ਨੈਚੁਰਲ ਫਿਨੋਮੀਨਾ ਤੇ ਇਹਦੇ ਨਾਲ ਕੁਝ ਤੁਹਾਨੂੰ ਪਰਮਾਤਮਾ ਜਾਂ ਜਿਹੜੇ ਦੇਵਤੇ ਜਾਂ ਰਾਖਸ਼ ਹੁੰਦੇ ਆ ਉਹਨਾਂ ਨਾਲ ਕਰਨ ਦੀ ਕੋਈ ਵੀ, ਉਹਨਾਂ ਨਾਲ ਲਿੰਕ ਕ੍ਰੀਏਟ ਕਰਨ ਦੀ ਕੋਈ ਜ਼ਰੂਰਤ ਨਹੀਂ ਗੀ। ਉਹ ਕਹਿੰਦੇ ਆ ਇੱਕ ਨੈਚੁਰਲ ਫਿਨੋਮੀਨਾ ਤੇ ਇਹਨੂੰ ਆਪਾਂ ਆਮ ਦੀ ਤਰ੍ਹਾਂ ਡੀਲ ਕਰੀ ਤੇ ਜ਼ਿਆਦਾ ਬੈਟਰ ਹੈ ਜੀ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਾਨ ਵੈਜ ਫੂਡ ਬਣਵਾਇਆ ਸੀਗਾ, ਤੇ ਇਸ ਤੁਹਾਡਾ ਜਦੋਂ ਵੀ ਗੇੜਾ ਲੱਗਦਾ ਕੁਰੂਕਸ਼ੇਤਰਾ ਤਾਂ ਤੁਸੀਂ ਇੱਥੇ ਜ਼ਰੂਰ ਜਾ ਕੇ ਦੇਖਣਾ। ਇੱਕ ਦੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਜਾਂ ਕੋਈ ਵੀ ਗੁਰੂ ਸਾਹਿਬਾਨ ਦੇ ਜਿਹੜੀ ਪਵਿੱਤਰ ਚਰਨ ਛੋਹ ਭੂਮੀ ਹੁੰਦੀ ਹੈ, ਜੇ ਉੱਥੇ ਜਾਓ ਤਾਂ ਤੁਸੀਂ ਉਸ ਨਾਲ ਸੰਬੰਧਿਤ ਜਿਹੜਾ ਗੁਰਦੁਆਰਾ ਸਾਹਿਬ ਹੁੰਦਾ ਉੱਥੇ ਜ਼ਰੂਰ ਜਾ ਕੇ ਆਇਆ ਕਰੋ, ਉੱਥੋਂ ਦਾ ਇਤਿਹਾਸ ਪਤਾ ਲੱਗਦਾ ਹੈ। ਆਪਾਂ ਗੱਲ ਕਰ ਲੈਂਦੇ ਹਾਂ ਪਾਣੀਪਤ। ਇੰਪੋਰਟੈਂਟ ਹੈ, ਮੈਂ ਇਸ ਨੂੰ ਕਹਿ ਦਿੰਦਾ, ਜਿਹੜੀ ਚੀਜ਼ ਇੰਪੋਰਟੈਂਟ ਨਹੀਂ ਹੈ ਮੈਂ ਤੁਹਾਨੂੰ ਸਿਰਫ ਉਸ ਬਾਰੇ ਕਹਿ ਦਾਂਗਾ ਵੀ ਧਿਆਨ ਚ ਰੱਖੋ, ਬਟ ਇੰਪੋਰਟੈਂਟ ਨਹੀਂ ਹੈ। ਇਹ ਇੰਪੋਰਟੈਂਟ ਨਹੀਂ ਹੈ। ਪਾਣੀਪਤ ਗਏ ਸੀਗੇ ਕੁਰੂਕਸ਼ੇਤਰਾ ਤੋਂ ਬਾਅਦ, ਇੱਥੇ ਫਕੀਰ ਤਾਹਿਰ ਨਾਲ ਮੁਲਾਕਾਤ ਹੋਈ ਸੀ। ਇਹ ਮਾਡਰਨ +2 ਦੀ ਬੁੱਕ ਹੈ, ਉਹਦੇ ਚ ਦਿੱਤਾ ਹੋਇਆ। ਤੇ ਐਸਪੀ ਸਬਰਵਾਲ ਕਹਿੰਦਾ ਹੈ ਜੀ ਫਕੀਰ ਸ਼ੇਖ ਸਰਾਫ ਨਾਲ ਮੁਲਾਕਾਤ ਹੋਈ ਸੀ। ਤੇ ਇੱਥੇ ਜਿਹੜਾ ਗੁਰਦੁਆਰਾ ਸਿੰਘ ਸਾਹਿਬ ਪਹਿਲੀ ਪਾਤਸ਼ਾਹੀ ਹੈ, ਇੰਪੋਰਟੈਂਟ ਨਹੀਂ ਹੈ ਜੀ, ਮੈਂ ਫਿਰ ਇੱਥੇ ਜਿਹੜਾ ਹੈ ਟਿਕ ਕਰ ਰਿਹਾ। ਸੋ ਮੇਰੇ ਅਕੋਰਡਿੰਗ ਤੁਹਾਨੂੰ ਯਾਦ ਹੋ ਗਿਆ ਹੋਣਾ ਜੀ। ਮੈਂ ਗੱਲ ਕਰ ਰਿਹਾ, ਪਹਿਲਾਂ ਪਾਕਿਸਤਾਨ ਚ ਗਏ ਹੈ, ਫਿਰ ਹਰਿਆਣਾ ਚ ਗਏ ਹੈ। ਪਾਕਿਸਤਾਨ ਪਹਿਲਾਂ ਕਿੱਥੇ ਗਏ ਸੀ ਜੀ? ਸੈਦਪੁਰ ਚ ਗਏ ਸੀਗੇ, ਫਿਰ ਤਾਲੁੰਬਾ ਚ ਗਏ ਸੀਗੇ। ਹਰਿਆਣਾ ਚ ਪਹਿਲਾਂ ਕੁਰੂਕਸ਼ੇਤਰ ਚ ਗਏ ਹੈ, ਫਿਰ ਪਾਣੀਪਤ ਚ ਗਏ ਹੈ ਜੀ। ਠੀਕ ਹੈ, ਨਾਲ ਨਾਲ ਯਾਦ ਕਰਦੇ ਰਹੋ, ਕੱਲ ਜਦੋਂ MCQ ਸੈਸ਼ਨ ਆਏਗਾ ਤਾਂ ਉਦੋਂ ਤੁਹਾਡੇ ਲਈ ਇਹ ਚੀਜ਼ ਹੈਲਪਫੁਲ ਹੋਏਗੀ। ਸੋ ਗੱਲ ਕਰ ਲੈਂਦੇ ਆ ਜੀ, ਬਹੁਤ ਹੀ ਇੰਪੋਰਟੈਂਟ, ਬਹੁਤ ਜ਼ਿਆਦਾ ਇੰਪੋਰਟੈਂਟ ਕਹੂੰਗਾ ਇਸ ਨੂੰ ਮੈਂ। ਪਹਿਲੀ ਉਦਾਸੀ ਦੇ ਵਿੱਚ ਜਿਹੜੀ ਸਭ ਤੋਂ ਮੇਨ ਜਗ੍ਹਾ ਮੈਂ ਇਸ ਨੂੰ ਮੰਨੂਗਾ, ਦਿੱਲੀ। ਇੱਥੇ ਇੱਕ ਨਾ ਮਜਨੂ ਰਹਿੰਦਾ ਹੁੰਦਾ ਸੀਗਾ, ਅਬਦੁੱਲਾ ਨਾਂ ਦਾ ਇੱਕ ਨਾ ਇਰਾਨੀ ਫਕੀਰ ਹੁੰਦਾ ਸੀਗਾ, ਵੀ ਉੱਚੇ ਜੇ ਟਿੱਲੇ ਤੇ ਰਹਿੰਦਾ ਹੁੰਦਾ ਸੀਗਾ। ਟਿੱਲਾ ਭਾਵ ਇੱਕ ਉੱਠੀ ਹੋਈ ਜਗ੍ਹਾ ਕਹਿ ਸਕਦੇ ਹੋ ਤੁਸੀਂ, ਉੱਥੇ ਰਹਿੰਦਾ ਹੁੰਦਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਦਿੱਲੀ ਪਹੁੰਚੇ ਸੀ ਤਾਂ ਉਸ ਅਬਦੁੱਲਾ ਨਾਂ ਦਾ ਜਿਹੜਾ ਟਿੱਲਾ ਸੀਗਾ, ਉੱਥੇ ਉਹਨਾਂ ਨੇ ਆਪਦਾ ਵਾਸਾ ਕੀਤਾ ਸੀ, ਉੱਥੇ ਰਹਿਣ ਬਸੇਰਾ ਕੀਤਾ ਸੀਗਾ। ਤੇ ਉਸ ਅਬਦੁੱਲਾ ਫਕੀਰ ਦਾ ਨਾਂ ਸੀ ਮਜਨੂ। ਉਹ ਮਜਨੂ ਦੇ ਟਿੱਲੇ ਨਾਲ ਮਸ਼ਹੂਰ ਸੀਗਾ, ਵੀ ਕਿੱਥੇ ਚੱਲੇ ਹੋ? ਮਜਨੂ ਦੇ ਟਿੱਲੇ ਤੇ ਚੱਲੇ ਆ। ਸੋ ਉਸ ਜਗ੍ਹਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਰਹਿਣ ਬਸੇਰਾ ਕੀਤਾ ਸੀ। ਗੁਰਦੁਆਰਾ ਮਜਨੂ ਕਾ ਟਿੱਲਾ ਅੱਜ ਵੀ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਹੈ ਜਾਣਿਆ ਜਾਂਦਾ ਹੈ। ਇਹ ਧਰਤੀ ਬਹੁਤ ਹੀ ਇੰਪੋਰਟੈਂਟ ਹੈ, ਕਾਰਨ ਕਿਉਂਕਿ 1612 ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਜੀ ਇੱਥੇ ਰੁਕੇ ਸੀਗੇ। ਦੇਖੋ ਪਹਿਲੀ ਪਾਤਸ਼ਾਹੀ ਦਾ ਇੱਥੇ ਆਉਣਾ ਹੋ ਜਾਂਦਾ ਹੈ। ਇੱਥੇ ਹੀ ਤੁਹਾਨੂੰ ਜਿਹੜੀ 6ਵੀਂ ਪਾਤਸ਼ਾਹੀ ਹੈ ਸ਼੍ਰੀ ਗੁਰੂ ਹਰਗੋਬਿੰਦ ਜੀ, ਉਹਨਾਂ ਦੇ ਪਵਿੱਤਰ ਚਰਨ ਛੋਹ ਭੂਮੀ ਵੀ ਦੇਖਣ ਨੂੰ ਮਿਲ ਰਹੀ ਹੈ। ਰਾਮ ਰਾਏ ਜਿਹੜਾ ਹਰੀ ਰਾਏ ਜੀ ਦਾ ਵੱਡਾ ਬੇਟਾ ਸੀਗਾ, ਉਹ ਵੀ ਇੱਥੇ ਪਹੁੰਚਦਾ ਹੈ। ਤਾਂ ਔਰੰਗਜ਼ੇਬ ਨੂੰ ਜਿਹੜਾ ਮਿਲਣ ਤੋਂ ਪਹਿਲਾਂ, ਕਿਉਂਕਿ ਤੁਹਾਨੂੰ ਪਤਾ ਹੋਊਗਾ ਹਰੀ ਰਾਏ ਜੀ ਨੂੰ ਮਿਲਣ ਦੇ ਲਈ ਬੁਲਾਇਆ ਸੀ, ਉਹਨਾਂ ਨੇ ਖੁਦ ਨਾ ਜਾ ਕੇ ਰਾਮ ਰਾਏ ਜੀ ਨੂੰ ਭੇਜਿਆ ਸੀਗਾ। ਤਾਂ ਇੱਥੇ ਉਹ ਵੀ ਰੁਕੇ ਸੀਗੇ। ਅਗਨਭੇਟ ਸਥਾਨ ਬਣਿਆ ਹੋਇਆ ਹੈ। ਅਗਨਭੇਟ ਸਥਾਨ ਕਿਹੜਾ ਹੁੰਦਾ ਵੀ ਕਈਆਂ ਦੇ ਮਨ 'ਚ ਹੋਊਗਾ, ਜਿੱਥੇ ਗੁਟਕੇ ਪੋਥੀਆਂ ਦੇ ਖੰਡਿਤ ਸਰੂਪਾਂ ਨੂੰ ਜਿਹੜਾ ਅਗਨ ਭੇਟ ਕੀਤਾ ਜਾਂਦਾ ਹੈ, ਉਸ ਨੂੰ ਕਹਿ ਦਿੱਤਾ ਜਾਂਦਾ ਹੈ ਜੀ ਅਗਨਭੇਟ ਸਥਾਨ। ਇਹ ਗੁਰਦੁਆਰਾ ਮਜਨੂ ਕਾ ਟਿੱਲਾ ਵਿੱਚ ਹੀ ਬਣਿਆ ਹੋਇਆ ਜੀ। ਗੁਰਦੁਆਰਾ ਨਾਨਕ ਪਿਆਓ ਵੀ ਇੱਥੇ ਸੁਣਨ ਨੂੰ ਮਿਲਦਾ ਹੈ, ਜਿਹੜਾ ਕਿ ਰਾਣਾ ਪ੍ਰਤਾਪ ਰੋਡ, ਜਿਹਨੂੰ GT ਰੋਡ ਵੀ ਕਹਿ ਦਿੱਤਾ ਜਾਂਦਾ ਹੈ, ਉੱਥੇ ਸਥਾਪਿਤ ਕੀਤਾ ਗਿਆ। ਪਿਆਓ ਤੋਂ ਭਾਵ ਹੁੰਦਾ ਆਫਰ ਲਿਕੁਇਡ ਟੂ ਡਰਿੰਕ। ਇਬਰਾਹਿਮ ਲੋਧੀ ਦੇ ਇੱਕ ਮਰੇ ਹੋਏ ਹਾਥੀ ਨੂੰ ਜਿਹੜਾ ਹੈ ਸਿਰਫ ਛੋਹ ਦੇ ਨਾਲ ਇੱਥੇ ਜਿੰਦਾ ਕੀਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਇਹ ਕਿੱਸਾ ਵੀ ਬੜਾ ਮਸ਼ਹੂਰ ਹੈ, ਪਰ ਇੱਥੋਂ ਕੁਐਸਚਨ ਬਣੇਗਾ, ਇਸ ਤਰ੍ਹਾਂ ਦੀ ਕੋਈ ਆਸਾਰ ਨਹੀਂ ਲੱਗਦੇ। ਆਪਾਂ ਗੱਲ ਕਰ ਲੈਂਦੇ ਆ ਜੀ। ਦੇਖੋ ਹੁਣ ਫਿਰ ਯਾਦ ਕਰੋ, ਪਾਕਿਸਤਾਨ ਜਾਂਦੇ ਆ, ਪਾਕਿਸਤਾਨ ਤੋਂ ਬਾਅਦ ਹਰਿਆਣਾ ਜਾਂਦੇ ਆ, ਹਰਿਆਣਾ ਤੋਂ ਬਾਅਦ ਜਿਹੜਾ ਹੈ ਦਿੱਲੀ ਗਏ ਆ ਜੀ। ਠੀਕ ਹੈ, ਅਗਲੀ ਜਿਹੜੀ ਸਥਾਨ ਸੀਕੁਐਂਸ ਦੇਖਣ ਨੂੰ ਮਿਲਦਾ ਹੈ ਉਹ ਹੈ ਜੀ ਹਰਿਦੁਆਰ ਸਾਹਿਬ। ਹੁਣ ਉੱਤਰਾਖੰਡ ਦੋ ਜਗ੍ਹਾ ਫਿਰ ਆ ਗਈਆਂ। ਹਰਿਦੁਆਰ ਗਏ ਸੀ ਤੇ ਇੱਥੇ ਪੂਰਬ ਵੱਲ ਨੂੰ ਮੂੰਹ ਕਰਕੇ ਸੂਰਜ ਅਤੇ ਪਿੱਤਰਾਂ ਨੂੰ ਪਾਣੀ ਦੇਣ ਦਾ ਕਿੱਸਾ ਮਸ਼ਹੂਰ ਹੈ ਜੀ। ਦੇਖੋ ਗੰਗਾ ਦੇ ਵਿੱਚ ਇਸ਼ਨਾਨ ਕਰਦੇ ਹੋਏ ਸਾਰੇ ਜਿਹੜਾ ਹੈ ਪੂਰਬ ਵੱਲ ਨੂੰ ਮੂੰਹ ਕਰਕੇ ਪਿੱਤਰਾਂ ਨੂੰ ਪਾਣੀ ਦੇ ਰਹੇ ਸੀ, ਪਰੰਤੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਹੈ ਪੱਛਮ ਵੱਲ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰਤਾ। ਲੋਕ ਸਿਆਣੇ ਹੁੰਦੇ ਆ ਤੇ ਜਿਹੜੀ ਸਾਧਾਂ ਦੀ ਵਿਰਤੀ ਹੁੰਦੀ ਹੈ ਉਹ ਭੋਲਿਆਂ ਵਾਲੀ ਹੁੰਦੀ ਹੈ। ਉਹ ਕਹਿੰਦੇ ਵੀ
ਤੁਸੀਂ ਇੱਧਰ ਮੂੰਹ ਕਰਕੇ ਕਿਉਂ ਪਾਣੀ ਦੇ ਰਹੇ ਹੋ, ਤੁਸੀਂ ਮੂਰਖ ਹੋ। ਲੋਕ ਹੱਸਣ ਲੱਗ ਪਏ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਵੀ ਤੁਸੀਂ ਪੂਰਬ ਵੱਲ ਮੂੰਹ ਕਰਕੇ ਪਾਣੀ ਕਿਉਂ ਦੇ ਰਹੇ ਹੋ? ਉਹ ਕਹਿੰਦੇ ਜੀ ਅਸੀਂ ਸੂਰਜ ਨੂੰ ਅਤੇ ਪਿੱਤਰਾਂ ਨੂੰ ਪਾਣੀ ਦੇ ਰਹੇ ਹੋ। ਕਹਿੰਦੇ ਤੁਸੀਂ ਪੱਛਮ ਵੱਲੋਂ ਮੂੰਹ ਕਰਕੇ ਪਾਣੀ ਕਿਉਂ ਦੇ ਰਹੇ ਹੋ? ਕਹਿੰਦੇ ਭਾਈ ਮੇਰੇ ਨਾ ਪੰਜਾਬ ਦੇ ਵਿੱਚ ਖੇਤ ਹੈਗੇ ਆ, ਮੈਂ ਉਹਨਾਂ ਨੂੰ ਪਾਣੀ ਦੇ ਰਿਹਾ। ਲੋਕ ਹੱਸਣ ਲੱਗ ਪਏ। ਉਹ ਕਹਿੰਦੇ ਕਮਲਿਆ ਲੋਕਾਂ, ਪਾਣੀ ਤੇਰਾ ਪੰਜਾਬ ਕਿਵੇਂ ਪਹੁੰਚ ਜੂਗਾ? ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਵੀ ਭਾਈ ਜੇ ਤੁਹਾਡਾ ਕਰੋੜਾਂ ਕਿਲੋਮੀਟਰ ਦੂਰ ਸੂਰਜ ਤੱਕ ਪਾਣੀ ਪਹੁੰਚ ਸਕਦਾ ਹੈ, ਤਾਂ ਮੇਰਾ ਜਿਹੜਾ ਪੰਜਾਬ ਦੇ ਖੇਤ ਆ ਉਹ ਤਾਂ ਕੁਝ ਸੈਂਕੜੇ ਕਿਲੋਮੀਟਰ ਦੂਰੀ ਤੇ ਹੈ, ਪਾਣੀ ਪਹੁੰਚ ਸਕਦਾ ਹੈ। ਮਤਲਬ ਉਹਨਾਂ ਦਾ ਇਸ਼ਾਰਾ ਸੀਗਾ ਵੀ ਇਹ ਸਿਰਫ ਔਰ ਸਿਰਫ ਸਾਡੇ ਵਹਿਮ ਭਰਮ ਹੁੰਦੇ ਆ, ਇਹਨਾਂ ਤੋਂ ਜਿਹੜਾ ਪਰਹੇਜ਼ ਕਰਨਾ ਚਾਹੀਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੱਛਮ ਵੱਲ ਪਾਣੀ ਦਿੱਤਾ ਤੇ ਪੰਜਾਬ ਵਿਖੇ ਆ ਸਾਰਾ ਕਿੱਸਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਹਰਿਦੁਆਰ ਦਾ ਕਿੱਸਾ ਮਸ਼ਹੂਰ ਹੈ ਜੀ, ਪੁੱਛਿਆ ਜਾ ਸਕਦਾ ਹੈ ਪੱਛਮ ਵੱਲ ਪਾਣੀ ਦੇ ਕੇ ਜਿਹੜਾ ਹੈ ਕਿੱਥੋਂ ਦਾ ਕਿੱਸਾ ਹੈ ਜੀ? ਉਹ ਹਰਿਦੁਆਰ ਦਾ ਕਿੱਸਾ ਹੈ ਜੀ। ਮੈਂ ਗੋਰਖਮਤਾ ਦੀ ਗੱਲ ਕਰੂੰਗਾ ਜੀ। ਤੁਸੀਂ ਨੈਣੀਤਾਲ ਵਗੈਰਾ ਨਾਮ ਸੁਣਿਆ ਹੋਊਗਾ, ਉਹਦੇ ਲਾਗੇ ਤਾਗੇ ਸਾਨੂੰ ਗੋਰਖਮਤਾ, ਅੱਜ ਇਹਦਾ ਨਾਮ ਵੈਸੇ ਨਾਨਕਮਤਾ ਹੈ, ਆ ਹੇਠਾਂ ਲਿਖਿਆ ਹੋਇਆ ਹੈ। ਇੱਥੇ ਜੋਗੀ ਰਹਿੰਦੇ ਹੁੰਦੇ ਸੀਗੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਮੁੰਦਰਾਂ ਪਾਉਣ ਕੰਨਾਂ 'ਚ ਤੇ ਸਰੀਰ ਤੇ ਸੁਆਹ ਮਲਣ, ਹੱਥ 'ਚ ਡੰਡੇ ਫੜਨ, ਮਤਲਬ ਜੋ ਵੀ ਉਹ ਪ੍ਰਮਾਤਮਾ ਨੂੰ ਰਿਝਾਉਣ ਦੇ ਲਈ ਕੁਝ ਕਰਦੇ ਸੀਗੇ, ਉਸ ਚੀਜ਼ ਨੂੰ ਜਿਹੜਾ ਹੈ ਗਲਤ ਦੱਸਦੇ ਹੋਏ ਉਹਨਾਂ ਨੂੰ ਕਿਹਾ ਸੀਗਾ ਵੀ ਪ੍ਰਮਾਤਮਾ ਨਾਲ ਪ੍ਰਾਪਤੀ ਦੇ ਲਈ ਆਤਮਾ ਦੀ ਸ਼ੁੱਧੀ ਜ਼ਰੂਰੀ ਹੈ। ਤਾਂ ਇਹ ਉਪਦੇਸ਼ ਦਿੱਤਾ ਸੀ ਤਾਂ ਜੋਗੀ ਬੜੇ ਹੀ ਪ੍ਰਭਾਵਿਤ ਹੋਏ ਸੀ ਤੇ ਇਸ ਜਗ੍ਹਾ ਦਾ ਨਾਮ ਨਾਨਕਮਤਾ ਰੱਖ ਦਿੱਤਾ ਗਿਆ ਸੀਗਾ। ਗੁਰਦੁਆਰਾ ਗਿਆਨ ਗੋਦੜੀ ਪੁੱਛਿਆ ਜਾ ਸਕਦਾ ਹੈ, ਪਰ ਮੈਂ ਦੱਸ ਦਿੰਦਾ ਜਿਹੜਾ ਹੈ 1979 ਦੇ ਵਿੱਚ ਹਰ ਕੀ ਪੌੜੀ ਦੇ ਸੁੰਦਰੀਕਰਨ ਦੇ ਲਈ ਜਿਹੜਾ ਹੈ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ ਸੀਗਾ। ਵਿਵਾਦਾਂ ਦੇ ਘੇਰੇ 'ਚ ਹੈ, ਇਸ ਲਈ ਮੈਂ ਵੀ ਇਸ ਤੇ ਨਹੀਂ ਬੋਲਣਾ ਚਾਹੁੰਦਾ। ਆਪਾਂ ਨੈਕਸਟ ਜੋ ਆਪਣੀ ਸੀਰੀਜ਼ ਹੈ ਸਟਾਰਟ ਕਰਦੇ ਹਾਂ, ਗੱਲ ਕਰ ਲੈਂਦੇ ਹਾਂ। ਯਾਦ ਰਹੇ ਪਹਿਲਾਂ ਪਾਕਿਸਤਾਨ ਜਾਂਦੇ ਆ, ਪਾਕਿਸਤਾਨ ਨਾਲ ਨਾਲ ਰਿਪੀਟ ਕਰਦੇ ਰਹੋ ਵੀ ਕਿੱਥੇ ਸੈਦਪੁਰ ਗਏ ਸੀਗੇ, ਤਾਲੁੰਬਾ ਗਏ ਸੀ, ਫਿਰ ਹਰਿਆਣਾ 'ਚ ਜਾਂਦੇ ਆ, ਕੁਰਕਸ਼ੇਤਰ ਗਏ ਸੀਗੇ, ਫਿਰ ਪਾਣੀਪਤ ਜਾਂਦੇ ਆ, ਫਿਰ ਦਿੱਲੀ ਗਏ ਸੀ, ਗੁਰਦੁਆਰਾ ਜਿਹੜਾ ਹੈ ਮਜਨੂ ਕਾ ਟਿੱਲਾ ਉੱਥੋਂ ਦਾ ਮਸ਼ਹੂਰ ਹੈ, ਫਿਰ ਉੱਤਰਾਖੰਡ 2 ਜਗ੍ਹਾ ਤੇ ਜਾਂਦੇ ਆ। ਉਹ ਦੋਨੋਂ ਜਗ੍ਹਾ ਵੀ ਤੁਹਾਡੇ ਸਾਹਮਣੇ ਹੈਗੇ ਜੀ। ਗੋਰਖਮਤਾ ਤੋਂ ਪਹਿਲਾਂ ਹਰਿਦੁਆਰ ਗਏ ਸੀਗੇ। ਫਿਰ ਆਪਾਂ ਉੱਤਰ ਪ੍ਰਦੇਸ਼ ਦੀ ਗੱਲ ਕਰ ਲੈਂਦੇ ਆ ਜੀ। ਇੰਪੋਰਟੈਂਟ ਹੈ ਨਹੀਂ ਵੀ ਆ ਜਿਹੜੇ ਜਿਹੜੇ ਤੁਹਾਡੇ ਸਾਹਮਣੇ ਇਸ ਸਲਾਈਡ ਦੇ ਵਿੱਚ ਦਿਖਾਈ ਦੇ ਰਹੇ ਆ, ਪਰ ਫਿਰ ਵੀ ਆਪਾਂ ਕਰ ਜ਼ਰੂਰ ਲੈਂਦੇ ਆ। ਬਨਾਰਸ ਹੈ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਰਹਿ ਜਾਂਦਾ ਹੈ। ਇਸ ਨੂੰ ਵਾਰਾਣਸੀ ਵੀ ਕਹਿੰਦੇ ਤੇ ਕਾਸ਼ੀ ਵੀ ਕਹਿ ਦਿੱਤਾ ਜਾਂਦਾ ਹੈ। ਹਿੰਦੂਆਂ ਦਾ ਤੀਰਥ ਸਥਾਨ ਹੈ। ਪੰਡਿਤ ਚਤਰਦਾਸ ਨਾਲ ਮੂਰਤੀ ਪੂਜਾ ਤੇ ਬਹਿਸ ਹੋਈ ਸੀ। ਗੁਰੂ ਜੀ ਅਨੁਸਾਰ ਮੂਰਤੀ ਪੂਜਾ ਬੰਜਰ ਨੂੰ ਪਾਣੀ ਦੇਣ ਦੇ ਸਮਾਨ ਹੈ। ਵੀ ਇੰਨਾ ਇੰਪੋਰਟੈਂਟ ਹੈ ਨਹੀਂ, ਮੈਂ ਇਸ ਨੂੰ ਜ਼ਿਆਦਾ ਇੰਪੋਰਟੈਂਟ ਨਹੀਂ ਮੰਨਦਾ, ਤੁਸੀਂ ਵੀ ਨਹੀਂ ਮੰਨੋਗੇ। ਗਿਆ ਤੁਹਾਨੂੰ ਪਤਾ ਹੋਏਗਾ ਇੱਥੇ ਮਹਾਤਮਾ ਬੁੱਧ ਜੀ ਨੂੰ ਗਿਆਨ ਪ੍ਰਾਪਤੀ ਹੋਈ ਸੀਗੀ। ਬੋਧੀਆਂ ਦਾ ਸਥਾਨ ਹੈ। ਮਹਾਤਮਾ ਬੁੱਧ, ਬੁੱਧ ਧਰਮ ਦੇ ਨਾਲ ਬਾਨੀ ਤੁਸੀਂ ਜੋੜਦੇ ਹੋਵੋਗੇ, ਤਾਂ ਮਹਾਤਮਾ ਬੁੱਧ ਜੀ ਨੂੰ ਗਿਆਨ ਪ੍ਰਾਪਤੀ ਹੋਈ ਸੀਗੀ। ਇੱਥੇ ਪਿੱਤਰਾਂ ਨੂੰ ਭੋਜਨ ਛਕਾਉਂਦੇ ਹੋਏ ਦੇਖਿਆ ਸੀਗਾ, ਤਾਂ ਉਪਦੇਸ਼ ਦਿੱਤਾ ਸੀ ਸਾਡਾ ਸਰੀਰ ਇਸ ਸੰਸਾਰ ਵਿੱਚ ਨਹੀਂ ਜਾ ਸਕਦਾ। ਸਾਡਾ ਸਰੀਰ ਜਿਹੜਾ ਬਾਡੀ ਹੈ ਜਾਂ ਬਾਡੀ ਦੇ ਨਾਲ ਕੋਈ ਵੀ ਚੀਜ਼ ਹੈਗੀ ਹੈ ਉਹ ਉੱਪਰ ਸਾਡੇ ਨਾਲ ਨਹੀਂ ਜਾ ਸਕਦੀ, ਤਾਂ ਸਾਡਾ ਜਿਹੜਾ ਭੇਜਿਆ ਹੋਇਆ ਸਮਾਨ ਕਿਵੇਂ ਜਾ ਸਕਦਾ? ਇਹ ਸਭ ਕੁਝ ਬਹੁਤ ਹੀ ਉਪਦੇਸ਼ ਦੇਣ ਦੇ ਤਰੀਕੇ ਕਹਿ ਸਕਦਾ ਮੈਂ। ਉੱਤਰ ਪ੍ਰਦੇਸ਼, ਉਸ ਤੋਂ ਬਾਅਦ ਬਿਹਾਰ ਜਾਂਦੇ ਆ, ਫਿਰ ਅਸਮ ਜਾਂਦੇ ਆ, ਧੁਬਰੀ। ਇੱਥੇ ਸ਼ੰਕਰ ਦੇਵ ਨਾਲ ਮੁਲਾਕਾਤ ਹੋਈ ਸੀ, ਉਹ ਬਾਅਦ ਚ ਸਾਧੂ ਬਣ ਜਾਂਦਾ। ਮੈਂ ਇਸ ਨੂੰ ਵੀ ਇੰਪੋਰਟੈਂਟ ਨਹੀਂ ਮੰਨਦਾ। ਕਾਮਰੂਪ ਕਿਤੇ ਨਾ ਕਿਤੇ ਇੰਪੋਰਟੈਂਟ ਹੈ। ਅਸਾਮ ਦਾ ਪੁਰਾਣਾ ਨਾਮ ਵੀ ਦੱਸਿਆ ਜਾਂਦਾ ਹੈ, ਠੀਕ ਹੈ। ਤੇ ਇੱਥੇ ਪ੍ਰਸਿੱਧ ਜਾਦੂਗਰਨੀ ਨੂਰ ਸ਼ਾਹੀ ਨਾਲ ਮੁਲਾਕਾਤ ਹੋਈ ਸੀ, ਤੇ ਮੈਨੂੰ ਲੱਗਦਾ ਵੀ ਇਹ ਚੀਜ਼ ਇੰਪੋਰਟੈਂਟ ਕਿਤੇ ਨਾ ਕਿਤੇ ਹੋ ਸਕਦੀ ਥੋੜੀ ਬਹੁਤ, ਸੋ ਇਸ ਨੂੰ ਥੋੜਾ ਜਿਹਾ ਧਿਆਨ ਚ ਰੱਖੋਗੇ ਜੀ। ਨੈਕਸਟ ਜੋ ਆਪਾਂ ਡਿਸਕਸ਼ਨ ਕਰ ਲੈਂਦੇ ਆ, ਜਗਨਨਾਥਪੁਰੀ ਬਹੁਤ ਹੀ ਇੰਪੋਰਟੈਂਟ ਹੈ। ਮੈਂ ਇਸ ਨੂੰ ਇੰਪੋਰਟੈਂਟ ਮਾਰਕ ਕਰਦਾ ਹੋਇਆ ਕਹਿਣਾ ਚਾਹੂੰਗਾ ਕਿ ਇਸ ਨੂੰ ਵੀ ਤੁਹਾਨੂੰ ਵੀ ਨੋਟ ਕਰ ਲੈਣਾ ਚਾਹੀਦਾ। ਜਗਨਨਾਥਪੁਰੀ ਉੜੀਸਾ 'ਚ ਰਹਿ ਜਾਂਦਾ ਜੀ। ਜਗਨਨਾਥਪੁਰੀ ਜਦੋਂ ਵੀ ਪੜ੍ਹਨ ਨੂੰ ਮਿਲਦਾ ਹੈ, ਸੁਣਨ ਨੂੰ ਮਿਲਦਾ, ਆ ਗੁਰਦੁਆਰਾ ਆਪਣੇ ਮੰਦਿਰ ਜਿਹੜਾ ਹੈ ਦਿਖਾਈ ਦੇ ਰਿਹਾ ਹੈ, ਇਸ ਦੀ ਇਮੇਜ ਜਿਹੜੇ ਇੱਥੋਂ ਜੁੜੇ ਹੋਏ ਹੈ ਜਾਂ ਇੱਥੋਂ ਕਦੇ ਗਏ ਹੋਣਗੇ, ਇਹਦੀ ਇਮੇਜ ਆਉਣਾ ਸੁਭਾਵਿਕ ਜੀ ਗੱਲ ਹੈ ਜੀ। ਕਿਉਂ? ਕਿਉਂਕਿ ਇਹ ਭਗਵਾਨ ਵਿਸ਼ਨੂੰ ਜੀ ਦਾ ਨਾਮ ਹੈ ਜਗਨਨਾਥ। ਜਗਨਨਾਥਪੁਰੀ ਮੰਦਿਰ ਜਿਹੜਾ ਹੈ ਉੜੀਸਾ ਦਾ ਫੇਮਸ ਹੈ। ਆਰਤੀ ਤੇ ਸਵਾਲ ਕੀਤੇ ਸੀਗੇ, ਉਹ ਕਹਿੰਦੇ ਸੀ ਜਦੋਂ ਆ ਪੂਰੀ ਜਿਹੜੀ ਆਸਮਾਨ ਧਰਤੀ ਉਸ ਦੀ ਆਰਤੀ 'ਚ ਲੱਗੇ ਹੋਏ ਹੈ, ਤਾਂ ਸਾਨੂੰ ਇਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਮੁਲਾਕਾਤ ਇੱਥੇ ਹੋਈ ਸੀ ਚੈਤਨਯ ਮਹਾਪ੍ਰਭੂ ਦੇ ਨਾਲ, ਇਹ ਵੀ ਤੁਸੀਂ ਧਿਆਨ 'ਚ ਰੱਖੋਗੇ ਜੀ। ਸੋ ਨੈਕਸਟ ਜਿਹੜਾ ਆਪਾਂ ਡਿਸਕਸ਼ਨ ਕਰ ਲੈਂਦੇ ਆ ਜੀ, ਪਹਿਲੀ ਉਦਾਸੀ ਬਾਰੇ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੋ ਗਿਆ ਕਿ ਪਹਿਲੀ ਉਦਾਸੀ ਹੀ ਮੇਨ ਹੈ, ਸੈਕਿੰਡ ਥਰਡ ਤਾਂ ਕੁਝ ਵੀ ਨਹੀਂ ਗੀ। ਤੁਸੀਂ ਦੇਖੋਗੇ ਹੁਣ ਜਿੰਨੀ ਦੇਰ 'ਚ ਆਪਾਂ ਪਹਿਲੀ ਉਦਾਸੀ ਕੀਤੀ ਹੈ, ਨਾਲ ਦੀ ਨਾਲ ਸੈਕਿੰਡ ਥਰਡ ਫੋਰਥ ਆਪਣੀਆਂ ਸਾਰੀਆਂ ਨਾਲ ਦੀ ਨਾਲ ਹੀ ਹੋ ਜਾਣਗੀਆਂ, ਠੀਕ ਹੈ। ਸੈਕਿੰਡ ਉਦਾਸੀ ਬਾਰੇ ਚਰਚਾ ਕਰ ਲਓ ਵੀ ਸੈਕਿੰਡ ਉਦਾਸੀ ਕਿਹੜੀ ਸਾਈਡ 'ਚ ਹੋਈ ਹੈ ਵੀ,
ਇਹ ਹੋਈ ਹੈ ਜੀ ਸਾਊਥ ਵੱਲ 1511 ਤੋਂ ਲੈ ਕੇ 1515 ਤੱਕ। ਸਿਰਸਾ, ਬੀਕਾਨੇਰ, ਜੈਸਲਮੇਰ, ਜੋਧਪੁਰ, ਅਜਮੇਰ, ਪੁਸ਼ਕਰ। ਅੱਛਾ, ਅਜਮੇਰ ਹੈ ਜਿਹੜਾ ਮੁਸਲਮਾਨਾਂ ਦਾ ਸਥਾਨ ਹੈ ਤੇ ਪੁਸ਼ਕਰ ਹੈ ਜਿਹੜਾ ਹਿੰਦੂਆਂ ਦਾ ਸਥਾਨ ਕਾਊਂਟ ਕੀਤਾ ਜਾਂਦਾ, ਵੀ ਥੋੜਾ ਪਤਾ ਹੋਣਾ ਚਾਹੀਦਾ ਹੈ। ਪੁਸ਼ਕਰ ਅਜਮੇਰ ਜ਼ਿਲ੍ਹੇ 'ਚ ਰਹਿ ਜਾਂਦਾ ਹੈ, ਰਾਜਸਥਾਨ ਦੇ ਵਿੱਚ ਹੈ ਜੀ। ਇੱਥੇ ਬ੍ਰਹਮਾ ਜੀ ਦਾ ਮੰਦਿਰ ਬਣਿਆ ਹੋਇਆ ਹੈ। ਅੱਛਾ, ਜਗਨਨਾਥਪੁਰੀ ਵਿਸ਼ਨੂੰ ਜੀ ਦਾ ਮੰਦਿਰ ਹੈ ਤੇ ਆਹ ਜਿਹੜਾ ਮੰਦਿਰ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਬ੍ਰਹਮਾ ਜੀ ਦਾ ਮੰਦਿਰ ਹੈ। 1511 ਦੇ ਵਿੱਚ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸੀ। 1706 ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹ ਤਲਵੰਡੀ ਸਾਬੋ ਤੋਂ ਜਿਹੜਾ ਹੈ ਨਿਕਲੇ ਸੀਗੇ ਉਦੋਂ ਇੱਥੇ ਚਰਨ ਪਾਏ ਸੀਗੇ। ਇੱਥੇ ਗੁਰਦੁਆਰਾ ਗੋਬਿੰਦ ਘਾਟ ਬਣਿਆ ਹੋਇਆ ਹੈ, ਇੱਥੋਂ ਦਾ ਫੇਮਸ ਹੈ ਜੀ। ਤਾਂ ਇਹ ਤੁਸੀਂ ਧਿਆਨ 'ਚ ਰੱਖ ਲਓਗੇ ਜੀ। ਨੈਕਸਟ ਆਪਾਂ ਮੂਵ ਕਰਦੇ ਹਾਂ, ਗੱਲ ਕਰ ਰਹੇ ਨੇ ਚਿਤੌੜ, ਉਜੈਨ, ਆਬੂ ਪਰਬਤ, ਇੱਥੇ ਗਏ ਸੀਗੇ। ਦੂਸਰੀ ਉਦਾਸੀ ਦੇ ਦੌਰਾਨ ਇੱਕ ਆਹ ਚੀਜ਼ ਵੀ ਦੇਖਣ ਨੂੰ ਮਿਲਦੀ ਹੈ ਜੀ, ਗੁਰਦੁਆਰਾ ਨਾਨਕ ਟਿੱਲਾ ਸਾਵਾ ਪਿੰਡ 'ਚ ਰਹਿ ਜਾਂਦਾ ਜੀ। ਕਦੇ ਪੁੱਛਿਆ ਜਾ ਸਕਦਾ ਹੈ ਗੁਰਦੁਆਰਾ ਨਾਨਕ ਟਿੱਲਾ ਕਿੱਥੇ ਬਣਿਆ ਹੋਇਆ ਜੀ, ਉਹ ਸਾਵਾ ਪਿੰਡ 'ਚ ਤੁਹਾਨੂੰ ਦਿਖਾਈ ਦੇ ਰਿਹਾ, ਪਿੰਡ ਤੋਂ ਬਾਹਰ ਹੈ ਜੀ। ਇਹ ਵੀ ਤੁਸੀਂ ਧਿਆਨ 'ਚ ਰੱਖ ਲਓਗੇ ਜੀ। ਇੰਦੌਰ, ਗੋਲਕੁੰਡਾ, ਬਿੱਦਰ ਕਰਨਾਟਕਾ 'ਚ ਰਹਿੰਦਾ ਹੈ। ਇੱਥੇ ਗੁਰਦੁਆਰਾ ਨਾਨਕ ਚੀਰਾ ਬਣਿਆ ਹੋਇਆ ਜੀ, ਆ ਤੁਸੀਂ ਤੁਹਾਡੇ ਸਾਹਮਣੇ ਇਮੇਜ ਦਿਖਾਈ ਦੇ ਰਹੀ ਹੈ। ਤੇ ਗੁਰਦੁਆਰਾ ਤਿਲ ਸਾਹਿਬ ਇਹ ਵੀ ਬਿੱਦਰ 'ਚ ਹੈ ਜੀ। ਇੱਥੇ ਕਿਹਾ ਜਾਂਦਾ ਹੈ ਕਿ ਇੱਥੇ ਕਨਫਟੇ ਸਾਧੂਆਂ ਨੂੰ ਤਿਲ ਦਾ ਪ੍ਰਸ਼ਾਦ ਦੇ ਕੇ ਉਹਨਾਂ ਦੀ ਰਿੱਧੀ ਸਿੱਧੀ ਨੂੰ ਚੁਣੌਤੀ ਦਿੱਤੀ ਸੀਗੀ। ਪਰ ਇਸ ਦਾ ਮੈਨੂੰ ਕੋਈ ਵੈਸੇ ਸੋਰਸ ਤਾਂ ਐਸਪੀ ਸਬਰਵਾਲ ਤਾਂ ਕਹਿੰਦਾ ਹੈ, ਪਰ ਮੈਂ ਗੂਗਲ ਤੇ, ਕਿਉਂਕਿ ਮੈਂ ਜਿਹੜੇ ਵੀ ਗੁਰਦੁਆਰਾ ਸਾਹਿਬ ਦੀ ਇਮੇਜ ਦਿਖਾ ਰਿਹਾ ਉਸ ਦੇ ਬਾਰੇ ਪਹਿਲਾਂ ਮੈਂ ਸਰਚ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਬਾਰੇ ਡੇਟਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਸਪੀ ਸਬਰਵਾਲ ਕਹਿੰਦਾ ਹੈ ਕਿ ਇੱਥੇ ਕੋਈ ਗੁਰਦੁਆਰਾ ਸਾਹਿਬ ਹੈ, ਪਰੰਤੂ ਗੂਗਲ ਇਸ ਦਾ ਕੋਈ ਵੀ। ਜੇ ਆਪਾਂ ਗੱਲ ਕਰੀਏ ਤੀਸਰੀ ਉਦਾਸੀ ਬਾਰੇ ਚਰਚਾ ਕਰਾਂਗੇ। ਇਹ ਨਾਰਥਨ ਸਾਈਡ ਵੱਲ ਹੋਈ ਸੀ, ਉੱਤਰ ਦਿਸ਼ਾ ਵਿੱਚ ਹੋਈ ਸੀ। 1515 ਤੋਂ ਲੈ ਕੇ 1517 ਤੱਕ ਇਹ ਉਦਾਸੀ ਰਹੀ ਸੀ ਜੀ। ਸੁਮੇਰ ਪਰਬਤ ਤੋਂ ਪਹਿਲੀ ਜਗ੍ਹਾ ਸੀ ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਸੀ। ਇੱਥੇ ਸਿੱਧਾਂ ਨਾਲ ਮੁਲਾਕਾਤ ਹੋਈ ਸੀ। ਇਸ ਚੀਜ਼ ਦਾ ਜਿਹੜਾ ਜ਼ਿਕਰਾ ਮਿਲਦਾ ਆਪਾਂ ਨੂੰ, ਸਿੱਧ ਗੋਸ਼ਟ ਨਾਮ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ, ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰਾ ਮਿਲਦਾ ਸਾਨੂੰ। ਸਿੱਧ ਇੱਕ ਗੋਰਖਨਾਥ ਸੰਪਰਦਾਇ ਦੇ ਇੱਥੇ ਸੀਗੇ ਤੇ ਇਹਨਾਂ ਦਾ ਗ੍ਰਸਤੀ ਜੀਵਨ ਦਾ ਇੱਥੇ ਪ੍ਰਚਾਰ ਕੀਤਾ ਸੀ, ਕਿਉਂਕਿ ਉਹ ਗ੍ਰਸਤੀ ਜੀਵਨ 'ਚ ਵਿਸ਼ਵਾਸ ਨਹੀਂ ਰੱਖਦੇ ਸੀਗੇ। ਸੋ ਇਸ ਦਾ ਜਿਹੜਾ ਹੈ ਫਰਮਾਨ ਜਾਂ ਉਪਦੇਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ। ਸੋ ਆਪਾਂ ਗੱਲ ਕਰੀਏ ਅੱਗੇ ਤਾਂ ਇੱਥੇ ਲੱਦਾਖ, ਕਸ਼ਮੀਰ ਪਹੁੰਚੇ ਸੀਗੇ। ਮਟਨ 'ਚ ਪੰਡਿਤ ਬ੍ਰਹਮਦਾਸ ਨਾਲ ਵਾਦ ਵਿਵਾਦ ਹੋਇਆ ਸੀ। ਇਹ ਕੁਝ ਜ਼ਰੂਰੀ ਗੱਲਾਂ ਹੈ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਸੋ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਬਣ ਕੇ ਸਾਹਮਣੇ ਆ ਸਕਦੀਆਂ। ਸੋ ਆਪਾਂ ਨੈਕਸਟ ਸਲਾਈਡ ਵੱਲ ਮੂਵ ਕਰਦੇ ਹਾਂ। ਮੈਂ ਗੱਲ ਕਰਨਾ ਚਾਹੂੰਗਾ ਹਸਨ ਅਬਦਾਲ ਦੀ, ਤੇ ਮੈਂ ਤੀਸਰੀ ਉਦਾਸੀ 'ਚੋਂ ਜੇ ਕਿਸੇ ਨੂੰ ਸਭ ਤੋਂ ਇੰਪੋਰਟੈਂਟ ਮਾਰਕ ਕਰਕੇ ਦੱਸਣਾ ਚਾਹੂੰਗਾ ਤਾਂ ਉਹ ਇਹੀ ਚੀਜ਼ ਹੈ, ਹਸਨ ਅਬਦਾਲ। ਹਸਨ ਅਬਦਾਲ ਪਾਕਿਸਤਾਨ 'ਚ ਰਹਿ ਜਾਂਦਾ ਜੀ। ਇੱਥੇ ਮੁਸਲਿਮ ਫਕੀਰ ਵਲੀ ਕੰਧਾਰੀ, ਉਹਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੱਥਰ ਸੁੱਟ ਕੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਖਤਮ ਕਰਨ ਦੀ ਜਾਂ ਉਹਨਾਂ ਦਾ ਆਪਣੀ ਜਿਹੜੀ ਚੋਜ ਵਿਖਾਉਣ ਦੀ, ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਫਕੀਰ ਵਲੀ ਕੰਧਾਰੀ ਨੇ, ਤੇ ਉਸ ਨੂੰ ਪੰਜੇ ਨਾਲ ਰੋਕਿਆ ਸੀ। ਤਾਂ ਗੁਰਦੁਆਰਾ ਪੰਜਾ ਸਾਹਿਬ ਇੱਥੇ ਸੁਸ਼ੋਭਿਤ ਹੈ ਜੀ। ਇੱਕ ਬਹੁਤ ਹੀ ਖੂਬਸੂਰਤ ਨਜ਼ਾਰਾ ਤੁਸੀਂ ਕਹਿ ਸਕਦੇ ਹੋ, ਦੇਖਣ ਵਾਲਾ ਗੁਰਦੁਆਰਾ ਸਾਹਿਬ ਇਹ ਹਰੀ ਸਿੰਘ ਨਲਵਾ ਜੀ ਨੇ ਬਣਾਇਆ ਸੀਗਾ, ਬਹੁਤ ਇੰਪੋਰਟੈਂਟ ਹੈ। ਸੋ ਸਿਆਲਕੋਟ ਇੰਪੋਰਟੈਂਟ ਹੈ, ਵੀ ਮਾਰਕ ਕਰ ਲਿਓ ਜਿਸ ਨੂੰ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਗੁਰਦੁਆਰਾ ਸਾਹਿਬ ਪੁੱਛਿਆ ਜਾਂਦਾ ਹੁੰਦਾ, ਗੁਰਦੁਆਰਾ ਪੰਜਾ ਸਾਹਿਬ ਕਿੱਥੇ ਹੈ? ਹਸਨ ਅਬਦਾਲ ਪਾਕਿਸਤਾਨ 'ਚ ਰਹਿੰਦਾ ਜੀ। ਸਿਆਲਕੋਟ ਪਾਕਿਸਤਾਨ 'ਚ ਹੈ। ਮੁਸਲਿਮ ਸੰਤ ਹਮਜ਼ਾ ਗੌਸ ਨਾਲ ਇੱਥੇ ਮੁਲਾਕਾਤ ਹੋਈ ਸੀ ਜੀ। ਸੋ ਇਹ ਤੀਸਰੀ ਉਦਾਸੀ ਦੇ ਕੁਝ ਮਹੱਤਵਪੂਰਨ ਪਹਿਲੂ ਹੈ। ਚੌਥੀ ਉਦਾਸੀ ਬਾਰੇ ਆਪਾਂ ਜ਼ਰੂਰ ਚਰਚਾ ਕਰਾਂਗੇ ਜੀ। ਗੱਲ ਕਰਾਂਗੇ ਆਪਾਂ ਮੁਲਤਾਨ ਤੋਂ ਪਹਿਲਾਂ ਥੋੜਾ ਜਿਹਾ ਇੱਥੇ ਰੂਬਰੂ ਕਰਵਾ ਦੇਣਾ ਤੁਹਾਨੂੰ ਕਿ ਇੱਥੇ ਜਿਹੜੀ ਮੁਲਾਕਾਤ ਹੋਈ ਸੀ ਉਹ ਚੌਥੀ ਉਦਾਸੀ ਨਾਰਥ ਵੈਸਟ ਸਾਈਡ ਵੱਲ ਹੈ, ਉੱਤਰ ਪੂਰਬੀ ਦਿਸ਼ਾ ਵੱਲ ਹੈਗੀ ਹੈ। 1517 ਤੋਂ ਲੈ ਕੇ 1521 ਵਿੱਚ ਹੋਈ ਸੀਗੀ। ਮੁਲਤਾਨ ਉਹ ਪਹਿਲੀ ਜਗ੍ਹਾ ਹੋਈ ਸੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਸੀ, ਤੇ ਇਹ ਪਾਕਿਸਤਾਨ 'ਚ ਰਹਿੰਦਾ। ਬਹੁਤ ਸਾਰੇ ਫਕੀਰ ਜਿਹੜੇ ਸੂਫੀ ਸੰਤ ਇੱਥੇ ਰਹਿੰਦੇ ਹੁੰਦੇ ਸੀਗੇ। ਸੰਤਾਂ ਨੇ ਇੱਥੇ ਦੇਖੋ, ਆਹ ਮੰਨ ਕੇ ਚੱਲੋ ਕੋਈ ਨਗਰ ਹੈ, ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਡੇਰਾ ਲਾਇਆ ਸੀ ਆਪਦਾ। ਤਾਂ ਇੱਥੋਂ ਦੇ ਜਿਹੜੇ ਸੰਤ ਸੀਗੇ ਉਹਨਾਂ ਨੇ ਦੁੱਧ ਦਾ ਕਟੋਰਾ ਜਿਹੜਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ, ਤੇ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਵਾਪਸ ਭੇਜਿਆ, ਪਰ ਉਸ ਦੇ ਉੱਪਰ ਚਮੇਲੀ ਦਾ ਫੁੱਲ ਰੱਖ ਦਿੱਤਾ ਗਿਆ ਸੀਗਾ। ਮੰਨ ਕੇ ਚੱਲੋ ਦੁੱਧ ਹੈਗਾ, ਪੂਰਾ ਕਟੋਰਾ ਭਰਿਆ ਹੋਇਆ, ਇਸ ਦੇ ਉੱਪਰ ਚਮੇਲੀ ਦਾ ਫੁੱਲ ਰੱਖ ਦਿੱਤਾ ਗਿਆ। ਮਰਦਾਨਾ ਹੈਰਾਨ, ਕਹਿੰਦਾ ਬਾਬਾ ਜੀ ਇਹ ਮੈਂ ਤੁਹਾਡੇ ਚੋਜ ਸਮਝਿਆ ਨਹੀਂ, ਕੀ ਇਹਦਾ ਕਹਿਣ ਦਾ ਮਤਲਬ ਕੀ ਹੈ ਜੀ?
ਸੰਤਾਂ ਦੀ ਜਿਹੜੀ ਆਪਸੀ ਭਾਸ਼ਾ ਹੁੰਦੀ ਹੈ ਉਹ ਕੋਈ ਅਣਜਾਣ ਥੋੜੀ ਜਾਣ ਸਕਦਾ ਹੈ। ਉਹ ਮੈਸੇਜ ਸੀਗਾ, ਆ ਜਿਹੜੇ ਸੰਤਾਂ ਨੇ ਮੈਸੇਜ ਭੇਜਿਆ ਉਹ ਇਹ ਸੀਗਾ ਕਿ ਆ ਜਿਹੜਾ ਨਗਰ ਤੁਸੀਂ ਜਿੱਥੇ ਮੁਲਤਾਨ ਚ ਆਏ ਹੋ, ਇਹ ਦੁੱਧ ਵਾਂਗ ਭਰਿਆ ਹੋਇਆ ਹੈ, ਦੁੱਧ ਦੇ ਕਟੋਰੇ ਵਾਂਗ ਭਰਿਆ ਹੋਇਆ ਹੈ, ਮੁਲਤਾਨ ਚ ਤੁਹਾਡੇ ਲਈ ਕੋਈ ਜਗ੍ਹਾ ਹੈ ਨਹੀਂਗੀ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਚਮੇਲੀ ਦਾ ਫੁੱਲ ਰੱਖ ਕੇ ਵੀ ਅਸੀਂ ਕੋਈ ਜਗ੍ਹਾ ਬਣਾਉਣ ਥੋੜੀ ਆਏ ਹਾਂ, ਅਸੀਂ ਤਾਂ ਆਪਣਾ ਉਪਦੇਸ਼ ਦੇਣਾ ਹੈ ਤੇ ਪਾਰ ਜਾਣਾ ਇੱਥੋਂ। ਪਰ ਤੁਸੀਂ, ਉਹ ਇਸ਼ਾਰਾ ਹੀ ਸੀਗਾ। ਪ੍ਰਸਿੱਧ ਸੂਫੀ ਸੰਤ ਸ਼ੇਖ ਬਹਾਉਦੀਨ ਨਾਲ ਇੱਥੇ ਮੁਲਾਕਾਤ ਹੋਈ ਸੀਗੀ। ਨੋਟਸ ਇੰਪੋਰਟੈਂਟ, ਉੱਚ ਜਿਹੜਾ ਇੱਥੇ ਇਹ ਵੀ ਪਾਕਿਸਤਾਨ ਚ ਰਹਿੰਦਾ, ਸ਼ੇਖ ਬ੍ਰਹਮ ਨਾਲ, ਵੈਰੀ ਇੰਪੋਰਟੈਂਟ। ਇੱਥੇ ਸ਼ੇਖ ਬ੍ਰਹਮ ਹੈ ਕੌਣ? ਬਾਬਾ ਫਰੀਦ ਜੀ ਦੀ ਗੱਦੀ ਚੋਂ ਹੈਗਾ ਕੋਈ 11ਵੇਂ ਖਨੀ 13ਵੇਂ, ਮੈਂ ਪ੍ਰੋਪਰ ਇਸ ਚੀਜ਼ ਬਾਰੇ ਸਰਚ ਆਊਟ ਕਰਕੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗਾ। ਬਾਬਾ ਫਰੀਦ ਜੀ ਕੌਣ ਸੀਗੇ? ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਿਲਾਸਫੀਕਲ ਗੁਰੂ ਕਾਊਂਟ ਕੀਤੇ ਜਾਂਦੇ ਹੁੰਦੇ ਹੈ, ਇਹ ਵੀ ਤੁਸੀਂ ਧਿਆਨ ਚ ਰੱਖੋਗੇ ਜੀ, ਠੀਕ ਹੈ। ਸੋ ਅੱਗੇ ਮੱਕਾ ਮਦੀਨਾ, ਫਿਰ ਮੁਸਲਿਮ ਕਮਿਊਨਿਟੀ ਦੇ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਸਥਾਨ ਹੈ ਜੀ। ਮੱਕਾ ਇਸਲਾਮਿਕ ਪਲੇਸ ਹੈਗੀ, ਵੀ ਸਾਊਦੀ ਅਰੇਬੀਆ ਚ ਰਹਿ ਜਾਂਦਾ ਹੈ, ਤੇ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਇੱਥੇ ਜਿਹੜਾ ਜਨਮ ਸਥਾਨ ਮੰਨਿਆ ਜਾਂਦਾ ਹੈ। ਕਾਬੇ ਵੱਲ ਪੈਰ ਕਰਕੇ ਸੌਣ ਦਾ ਕਿੱਸਾ ਇੱਥੋਂ ਮੱਕੇ ਦਾ ਹੀ ਸੀਗਾ ਜੀ। ਕਾਜ਼ੀ ਸੀਗਾ ਰੁਕਨਦੀਨ, ਜਿਹਨੇ ਪੈਰ ਫੜ ਕੇ ਜਿਹੜਾ ਦੂਸਰੀ ਦਿਸ਼ਾ ਵੱਲ ਕੀਤੇ ਸੀਗੇ, ਤੇ ਨਾਲ ਕਾਬਾ ਘੁੰਮਿਆ ਸੀਗਾ, ਉਹ ਕਿੱਸਾ ਵੀ ਇੱਥੋਂ ਦਾ ਮਸ਼ਹੂਰ ਹੈ ਜੀ। ਮੈਂ ਮਦੀਨਾ ਬਾਰੇ ਚਰਚਾ ਕਰੂੰ ਕਿਉਂਕਿ ਮੱਕਾ ਮਦੀਨਾ ਨਾਲ ਲੱਗਦੀ ਜਗ੍ਹਾ ਨੇ, ਇਸਲਾਮ ਦੀ ਹੋਲੀਐਸਟ ਪਲੇਸ ਹੈ, ਕਿਉਂਕਿ ਇੱਥੇ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਜਨਮ ਹੈ ਤੇ ਇੱਥੇ ਇਹਨਾਂ ਦੀ ਕਬਰ ਬਣੀ ਹੋਈ ਹੈ ਮਦੀਨਾ ਦੇ ਵਿੱਚ। ਇਮਾਮ ਆਜ਼ਮ ਨਾਲ ਇੱਥੇ ਵਿਚਾਰ ਵਟਾਂਦਰਾ ਹੋਇਆ ਸੀਗਾ। ਸੋ ਇਹ ਵੀ ਇੰਪੋਰਟੈਂਟ ਪਲੇਸਿਸ ਦੇ ਵਿੱਚੋਂ ਹੈ। ਬਗਦਾਦ ਸ਼ੇਖ ਬਹਿਲੋਲ ਨਾਲ ਮੁਲਾਕਾਤ ਹੋਈ ਸੀ ਤੇ ਬਾਣੀ ਤੋਂ ਪ੍ਰਭਾਵਿਤ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਬਣਿਆ ਸੀਗਾ। ਇੱਥੇ 4 ਮਹੀਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਤੀਤ ਕੀਤੇ ਸੀ। ਕੰਧਾਰ, ਕਾਬੁਲ, ਉਸ ਤੋਂ ਬਾਅਦ ਪੇਸ਼ਾਵਰ ਹੁੰਦੇ ਹੋਏ ਸ਼ਹੀਦਪੁਰ ਪਹੁੰਚੇ ਹੈ। ਉਹੀ ਪਲੇਸ ਜਿੱਥੋਂ ਸ਼ੁਰੂਆਤ ਹੋਈ ਸੀ ਤੇ ਉੱਥੇ ਜਾ ਕੇ ਆਪਣਾ ਜਿਹੜਾ ਹੈ ਉਦਾਸੀਆਂ ਦਾ ਜਿਹੜਾ ਅੰਤਿਮ ਪਲੇਸ ਕਹਿ ਸਕਦੇ ਹੋ। ਆਪਾਂ ਗੱਲ ਕਰਾਂਗੇ ਕਿ ਇੱਥੇ ਮਾਡਰਨ ਏਮਸ ਦਾ ਐਮਨਾਬਾਦ ਮੈਂ ਪਹਿਲਾਂ ਹੀ ਚਰਚਾ ਕਰ ਰੱਖਿਆ। ਇੱਥੇ ਐਸੇ ਸਮੇਂ 1521 ਚ ਹੀ ਬਾਬਰ ਦਾ ਹਮਲਾ ਹੋਇਆ ਸੀਗਾ ਤੇ ਨਿਰਦੋਸ਼ ਲੋਕਾਂ ਨੂੰ ਬੰਦੀ ਬਣਾਇਆ ਗਿਆ ਸੀ, ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਨਿਰਦੋਸ਼ ਲੋਕਾਂ ਦੇ ਵਿੱਚੋਂ ਇੱਕ ਸੀਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿਹੜੀ ਰਚਨਾ ਹੈ ਬਾਬਰ ਬਾਣੀ, ਉਹਦੇ ਚ ਇਸ ਹਮਲੇ ਦਾ, ਤੀਸਰੇ ਹਮਲੇ ਦਾ ਜ਼ਿਕਰਾ ਕੀਤਾ ਹੈ ਤੇ ਇਸ ਤੀਸਰੇ ਹਮਲੇ ਨੂੰ ਪਾਪ ਦੀ ਜੰਜ ਕਹਿ ਕੇ ਪੁਕਾਰਿਆ ਜੀ। ਯਾਦ ਰਹੇ, ਪਾਪ ਦੀ ਜੰਜ ਕਹਿ ਕੇ ਪੁਕਾਰਿਆ ਜੀ, ਬਹੁਤ ਇੰਪੋਰਟੈਂਟ ਹੈ ਜੀ। ਤੀਸਰੇ ਹਮਲੇ ਨੂੰ ਪਾਪ ਦੀ ਜੰਜ ਕਿਹਾ ਸੀਗਾ ਜੀ। ਸੋ ਇੱਥੇ ਗੁਰਦੁਆਰਾ ਚੱਕੀ ਸਾਹਿਬ ਹੈ ਜੀ, ਜਿੱਥੇ ਉਹਨਾਂ ਨੇ ਇਸ਼ਾਰੇ ਦੇ ਨਾਲ ਜਿਹੜੀਆਂ ਚੱਕੀਆਂ ਚੱਲੀਆਂ ਸੀਗੀਆਂ। ਅੰਤਿਮ ਸਮਾਂ 1521 ਤੋਂ ਲੈ ਕੇ 1539 ਤੱਕ ਦਾ ਜਿਹੜਾ ਸਮਾਂ ਨੋਟ ਕੀਤਾ ਜਾਂਦਾ ਹੁੰਦਾ ਹੈ, ਕਰਤਾਰਪੁਰ ਚ ਹੀ ਬਤੀਤ ਹੋਇਆ ਸੀਗਾ। 1521 ਚ ਇਹਨਾਂ ਨੇ ਇੱਕ ਨਗਰ ਵਸਾਇਆ ਸੀਗਾ ਜੀ, ਉਸਦਾ ਨਾਮ ਕਰਤਾਰਪੁਰ ਪਿਆ ਸੀਗਾ। ਪਾਕਿਸਤਾਨ ਚ ਰਹਿੰਦਾ ਕਰਤਾਰਪੁਰ ਕੋਰੀਡੋਰ ਕਾਫੀ ਚਰਚਾ ਦਾ ਵਿਸ਼ਾ ਸੀਗਾ ਰੀਸੈਂਟ ਡੇਜ਼ ਦੇ ਵਿੱਚ। ਸਥਾਪਨਾ ਹੋਈ ਸੀ 1521 ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ। ਇਸ ਦਾ ਸ਼ਾਬਦਿਕ ਅਰਥ ਹੈ ਈਸ਼ਵਰ ਦਾ ਸਥਾਨ, ਤੇ ਪ੍ਰਸਿੱਧ ਸ਼ਰਧਾਲੂ ਸੀ ਭਾਈ ਲਹਿਣਾ ਜੀ, ਇੱਥੇ ਹੀ ਉਹਨਾਂ ਨੂੰ ਉੱਤਰਾਧਿਕਾਰੀ ਵਜੋਂ ਚੁਣਿਆ ਗਿਆ ਸੀਗਾ। ਜੋਤੀ ਜੋਤ ਸਮਾਈ ਸੀ ਜੀ 22 ਸਤੰਬਰ 1539, 70 ਸਾਲ ਦੀ ਉਮਰ ਦੇ ਵਿੱਚ। ਸੋ ਇਹ ਸੀ ਕੁਝ ਮਹੱਤਵਪੂਰਨ ਗੱਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਬਤ। ਇਹਨਾਂ ਦੀਆਂ ਰਚਨਾਵਾਂ ਨੇ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਬਾਰੇ ਚਰਚਾ ਕਰਾਂਗੇ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ 976 ਸ਼ਬਦ ਨੇ ਇਹਨਾਂ ਦੇ, ਯਾਦ ਰਹੇਗਾ, ਯਾਦ ਰੱਖੋਗੇ ਤੁਸੀਂ, 976 ਸ਼ਬਦ ਨੇ ਜਿਹੜੇ ਇਹਨਾਂ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ। ਜਪਜੀ ਸਾਹਿਬ, ਅਕਸਰ ਇਹ ਕੁਐਸਚਨ ਪੁੱਛ ਸਕਦੇ ਆ ਵੀ ਸ਼ਾਹਕਾਰ ਰਚਨਾ ਦੱਸੋ। ਸ਼ਾਹਕਾਰ ਰਚਨਾ ਜਪਜੀ ਸਾਹਿਬ ਨੂੰ ਹੀ ਕਹਿੰਦੇ ਆ ਜੀ। ਜਿਹੜਾ ਆਪਣੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ, ਉਸ ਦੀ ਸ਼ੁਰੂਆਤ ਵੀ ਜਪਜੀ ਸਾਹਿਬ ਨਾਲ ਹੁੰਦੀ ਹੈ। ਵਾਰ ਮਾਜ, ਆਸਾਂ ਦੀ ਵਾਰ, ਸਿੱਧ ਗੋਸ਼ਟ, ਵਾਰਮਲਾ, ਬਾਰਾਂਮਾਹ, ਪੱਟੀ, ਬਾਬਰਮਾਣੀ, ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੁਝ ਮਹੱਤਵਪੂਰਨ ਰਚਨਾਵਾਂ ਹੈ ਜੀ। ਸੋ ਇਹ ਸੀ ਕੁਝ ਇੰਪੋਰਟੈਂਟ ਗੱਲਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ। ਇਸ ਤੋਂ ਇਲਾਵਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰਿਗਾਰਡਿੰਗ ਕੁਝ ਇੰਪੋਰਟੈਂਟ MCQs ਬਣਦੇ ਆ, ਉਹਨਾਂ ਨੂੰ ਜਲਦੀ ਤੁਹਾਡੇ ਸਾਹਮਣੇ ਪ੍ਰਸਤੁਤ ਕੀਤਾ ਜਾਊਗਾ। ਜਿਵੇਂ ਤੁਸੀਂ ਪਹਿਲੀ ਵੀਡੀਓ ਨੂੰ ਪਿਆਰ ਦਿੱਤਾ, ਇਸ ਵੀਡੀਓ ਨੂੰ ਵੀ ਪਿਆਰ ਦੇਣਾ, ਆਪਣੇ ਫਰੈਂਡਸ ਨਾਲ ਸ਼ੇਅਰ ਕਰੋ, ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਕੀਮਤੀ ਵਿਚਾਰ ਜ਼ਰੂਰ ਦੇਣਾ। ਨਵੇਂ ਸੈਸ਼ਨ 'ਚ ਮਿਲਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਦੇ ਨਾਲ। ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਸ਼ੁਕਰੀਆ, ਧੰਨਵਾਦ ਜੀ।